Lands of Australia, hear those insults calling. ਆਸਟ੍ਰੇਲੀਆ ਜਿੱਦਾਂ ਸਪੋਜ਼ ਇੱਕ ਬਿਲਡਿੰਗ ਹੈ, ਅਸੀਂ ਕੱਲ ਐਜ਼ ਅ ਕਿਰਾਏਦਾਰ ਨਹੀਂ ਆ ਰਹੇ ਹਾਂ, ਅਸੀਂ ਇਹਨੂੰ ਕਹਿੰਦੇ ਹਾਂ ਬ੍ਰਿਕ ਐਂਡ ਟਾਈਲ। ਅਸੀਂ ਸੀਮੈਂਟ, ਰੇਤ ਔਰ ਇੱਟ ਵਾਂਗੂ ਆਸਟ੍ਰੇਲੀਆ ਦੀ ਹਿਸਟਰੀ 'ਚ ਵਸੇ ਹੋਏ ਹਾਂ, ਇੰਗਰੀਡੀਐਂਟਸ ਆ। ਵੈਸਟਰਨ ਆਸਟ੍ਰੇਲੀਆ ਤੋਂ ਆਰਮੀ ਭੇਜੀ ਗਈ ਸੀ ਅਫਰੀਕਾ 'ਚ ਜੀ। ਔਰ ਬਿਸ਼ਨ ਸਿੰਘ ਜਿਨ੍ਹਾਂ ਨੂੰ ਕਿ ਆਲਰੇਡੀ ਇੰਨਾ ਐਕਸਪੋਜ਼ਰ ਸੀਗਾ ਅਫਰੀਕਾ ਦਾ, ਇਜਿਪਟ ਦਾ, ਬਰਮਾ ਦਾ, ਅਫਗਾਨਿਸਤਾਨ, ਕਾਂਦਾਹਾਰ, ਕਾਬੁਲ ਦਾ, ਉਹ ਵੀ ਗਏ ਸੀ ਰਿਕਰੂਟਮੈਂਟ ਵਾਸਤੇ। ਕਿਉਂਕਿ ਅੱਜ ਤੋਂ 130 ਸਾਲ ਪਹਿਲਾਂ ਬਿਸ਼ਨ ਸਿੰਘ ਉਹਨਾਂ ਨੇ ਇਹ ਚੀਜ਼ ਕੀਤੀ ਆ, ਜੌਬ ਅਪਲਾਈ ਕੀਤੀ, ਨਹੀਂ ਮਿਲੀ ਤੇ ਐਡੀਟਰ ਨੂੰ ਚਿੱਠੀ ਲਿਖ ਕੇ ਅਖਬਾਰ ਦੇ ਵਿੱਚ ਉਹ ਚਿੱਠੀ ਛਪੀ ਆ ਤੇ ਪੂਰੇ ਆਸਟ੍ਰੇਲੀਆ ਦੇ ਸਾਹਮਣੇ ਉਹਨਾਂ ਬੰਦਿਆਂ ਨੂੰ ਸਵਾਲ ਕੀਤਾ ਵੀ ਕਾਰਨ ਦੱਸੋ, ਮੈਨੂੰ ਜੌਬ ਕਿਉਂ ਨਹੀਂ ਮਿਲੀ ਹੈ। ਕੀ ਪੋਲੀਟੀਕਲ ਸਿਸਟਮ ਸੀ, ਗੋਰਿਆਂ ਦਾ ਰਾਜ ਸੀ, ਇੰਡੀਆ ਕਿੱਡਾ ਵੱਡਾ ਸੀ, ਕੋਈ ਪਾਕਿਸਤਾਨ ਬੰਗਲਾਦੇਸ਼ ਨਹੀਂ ਸੀ। ਉੱਥੇ ਅਕਾਲ ਪਿਆ ਇੰਡੀਆ 'ਚ, ਪੰਜਾਬ 'ਚ ਨਹੀਂ ਪਿਆ ਸੀ। ਔਰ ਇਹ ਸਿੱਖ ਪਰਥ 'ਚ ਨੇ ਇਹ ਅਪੀਲ ਕਰ ਰਹੇ ਨੇ ਇੱਥੋਂ ਦੇ ਲੋਕਾਂ ਨੂੰ ਕਿ ਇੰਡੀਆ ਦੀ ਅਕਾਲ ਵਾਸਤੇ ਹੈਲਪ ਕਰੀਏ। 150 ਸਾਲ ਪਹਿਲੇ, 130 ਸਾਲ ਪਹਿਲੇ ਪ੍ਰੂਵ ਹੋ ਚੁੱਕਾ ਹੈ। ਸਾਨੂੰ ਕਿਸੇ ਹੋਰ ਕੋਲੋਂ, ਥਰਡ ਪਰਸਨ ਕੋਲੋਂ ਇੰਸਪੀਰੇਸ਼ਨ ਨਹੀਂ ਲੈਣੀ, ਸਿਰਫ ਆਪਣੀ ਹਿਸਟਰੀ 'ਚੋਂ ਇਹੋ ਜਿਹੇ ਐਵੀਡੈਂਸ, ਇਹੋ ਜਿਹੇ ਫੈਕਟਸ ਲੈ ਕੇ ਅੱਗੇ ਤੁਰਨਾ ਹੈ। ਤੇ ਉਹ ਪਹਿਲੀ ਲੜਾਈ ਜਾਂ ਉਹ ਪਹਿਲੀ ਇਨਵੋਲਵਮੈਂਟ ਵੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਪਹਿਲੀ ਵਾਰ ਕਦੋਂ ਲੜੇ ਸੀ? ਸ਼ਰਾਬ ਦੇ ਨਸ਼ੇ 'ਚ ਵੀ ਥੋੜ੍ਹਾ ਜਿਹਾ ਠਾਂ ਹੋ ਗਏ, ਉਹ 'ਚ ਚੱਲੀਆਂ ਲੜਾਈਆਂ, ਡਾਂਗਾ ਡੂੰਗਾ ਵੀ। ਸੋ ਉਹ ਵੀ ਥੋੜ੍ਹਾ ਜਿਹਾ ਇਹਨਾਂ ਦਾ ਇੱਕ ਇੰਟਰਸਟਿੰਗ ਕੈਰੈਕਟਰ ਸੀਗਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਦੋਸਤੋ? ਨਾਪਰੀ ਸੰਧੂ ਪੰਜਾਬੀ ਕੈਂਗਰੂ ਤੋਂ। ਦੋਸਤੋ, ਸਿੱਖ ਹਿਸਟਰੀ ਦੇ ਉੱਤੇ ਅਸੀਂ ਐਪੀਸੋਡਸ ਕਰ ਰਹੇ ਹਾਂ, ਸਪੈਸ਼ਲ ਸੀਰੀਜ਼ ਸ਼ੁਰੂ ਕੀਤੀ ਹੋਈ ਆ। ਅੱਜ ਹੈਗਾ ਜੀ ਐਪੀਸੋਡ ਨੰਬਰ 4 ਤੇ ਉਹੀ ਬੰਦੇ ਸਾਡੇ ਨਾਲ ਮੌਜੂਦ ਨੇ, ਸਾਡੇ ਕੋ-ਹੋਸਟ ਬਾਈ ਅਮਨਦੀਪ ਹੋਣੀ ਤੇ ਆਸਟ੍ਰੇਲੀਅਨ ਸਿੱਖ ਹਿਸਟੋਰੀਅਨ ਭਾਜੀ ਤਰਨਪ੍ਰੀਤ ਹੋਣੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ? ਥੈਂਕ ਯੂ ਵੈਰੀ ਮਚ ਭਾਜੀ, ਤੁਸੀਂ ਇੰਨਾ ਟਾਈਮ ਕੱਢਦੇ ਹੋ ਜੀ, ਇੰਨੀ ਜਿਹੜੀ ਇੰਪੋਰਟੈਂਟ ਜਾਣਕਾਰੀ ਆ ਉਹ ਸਰੋਤਿਆਂ ਤੱਕ ਜਾਂ ਭੈਣਾਂ ਭਰਾਵਾਂ ਤੱਕ ਸਾਂਝੀ ਕਰਦੇ ਹੋ। ਥੈਂਕ ਯੂ ਜੀ। ਲੇਕਿਨ ਰਿਸਰਚ ਪਹੁੰਚਾਉਣਾ ਵੀ ਇੱਕ ਬਹੁਤ ਵੱਡਾ ਕੰਮ ਹੈ। ਪ੍ਰੋਡਕਟ ਤੇ ਬਣ ਗਿਆ, ਲੇਕਿਨ ਉਹਦੀ ਮਾਰਕੀਟਿੰਗ, ਉਹਦੀ ਸੇਲਸ, ਉਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਬਹੁਤ ਹਾਈਲੀ ਐਪਰੀਸ਼ੀਏਬਲ ਹੈ। ਥੈਂਕ ਯੂ ਜੀ ਭਾਜੀ। ਤੇ ਜਿਹੜੇ ਆਪਾਂ ਆਪਣੇ ਰੀਸੈਂਟ 3 ਐਪੀਸੋਡਸ ਹੋਏ ਨੇ, ਚਾਹੇ ਉਹ ਮੱਸਾ ਸਿੰਘ ਹੋਣਾ ਤੇ ਚਾਹੇ ਜਿਹੜਾ ਸਿੱਖ ਫੈਮਾਈਨ ਤੇ ਆਪਾਂ ਜਿਹੜਾ ਫੰਡ ਰੇਜ਼ਿੰਗ ਕੀਤੀ ਸੀ ਉਹਦੇ ਬਾਰੇ ਐਪੀਸੋਡ ਕੀਤਾ ਸੀਗਾ, ਬਹੁਤ ਪਿਆਰ ਮਿਲ ਰਿਹਾ। ਮਤਲਬ ਬਹੁਤ ਲੋਕੀ ਉਹਨੂੰ ਦੇਖ ਰਹੇ ਨੇ, ਬਹੁਤ ਲੋਕੀ ਐਪਰੀਸ਼ੀਏਟ ਕਰ ਰਹੇ ਨੇ, ਲੰਬੇ ਕਮੈਂਟ ਜਿਹੜੇ ਲੋਕ ਛੱਡ ਰਹੇ ਨੇ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਤੇ ਸਾਰਾ ਕ੍ਰੈਡਿਟ ਭਾਈ ਤਰਨਪ੍ਰੀਤ ਉਹਨਾਂ ਦਾ, ਤੁਹਾਡੀ ਰਿਸਰਚ ਦਾ। ਥੈਂਕ ਯੂ ਭਾਜੀ। ਤੇ ਕਿਉਂਕਿ ਟਾਈਮ ਬਹੁਤ ਲੱਗਦਾ ਹੈ ਰਿਸਰਚ ਕਰਨੀ, ਹਿਸਟਰੀ ਬਾਰੇ ਇਹਦੇ 'ਚ ਇੰਟਰਸਟ ਹੋਵੇ, ਟਾਈਮ ਦੇਣਾ ਪੈਂਦਾ। ਸੋ ਥੈਂਕ ਯੂ ਭਾਜੀ। ਸਾਰੇ ਆਸਟ੍ਰੇਲੀਆ 'ਚ ਜਿੰਨੇ ਆਪਣੇ ਬੰਦੇ ਬੈਠੇ ਆ ਉਹਨਾਂ ਨੂੰ ਜਾਣੂ ਕਰਾਉਣਾ ਕਿ ਇਹ ਆਪਣਾ ਪਾਸਟ ਹੈ, ਕਿੰਨਾ ਵਧੀਆ ਪਾਸਟ ਹੈ, ਜਿਹਤੇ ਬਦੌਲਤ ਆਪਾਂ ਅੱਜ ਇੱਥੇ ਬੈਠੇ ਹਾਂ। ਉਸ ਪਾਸਟ ਤੋਂ ਫਿਰ ਅਸੀਂ ਇੰਸਪੀਰੇਸ਼ਨ ਲੈ ਸਕਦੇ ਹਾਂ ਜੀ ਕਿ ਅੱਜ ਸਾਨੂੰ ਵੀ ਪ੍ਰੋਬਲਮ ਹੈ, ਸਾਡੀ ਵੀ ਸਟਰਗਲ ਹੁੰਦੀ ਹੈ, ਲੇਕਿਨ ਜਦ ਪਿਛਲਿਆਂ ਨੇ ਉਹ ਸਟਰਗਲ ਨੂੰ ਕਿਸ ਤਰ੍ਹਾਂ ਫੇਸ ਕੀਤਾ, ਕਿਸ ਤਰ੍ਹਾਂ ਓਵਰਕਮ ਕੀਤਾ ਜੀ, ਉਹ ਸਾਡੇ ਵਾਸਤੇ ਅੱਜ ਇੱਕ ਗਾਈਡ ਬਣ ਜਾਂਦੀ ਹੈ। ਸਹੀ ਗੱਲ। ਤੇ ਦੋਸਤੋ, ਜਿਹੜਾ ਅੱਜ ਦਾ ਅਸੀਂ ਐਪੀਸੋਡ ਕਰਨਾ, ਇਹ ਬਹੁਤ ਪੱਖੀ ਸ਼ਖਸੀਅਤ ਬਿਸ਼ਨ ਸਿੰਘ ਉਹਨਾਂ ਦੇ ਇਹ ਐਪੀਸੋਡ ਅਸੀਂ ਕਰਾਂਗੇ, ਉਹਨਾਂ ਦੇ ਉੱਤੇ ਫੋਕਸਡ ਰਹੂਗਾ। ਇਹ 10 ਸਾਲ ਦਾ ਉਹਨਾਂ ਦਾ ਇੱਕ ਟਾਈਮ ਪੀਰੀਅਡ, ਉਹ 10 ਸਾਲ ਦੇ ਵਿੱਚ ਕੀ ਹੋਇਆ। ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਬਾਅਦ 'ਚੋਂ ਐਡ ਔਨ ਕਰਾਂਗੇ, ਪਰ ਸਿਰਫ ਇਹ 1890 ਤੋਂ ਲੈ ਕੇ 1900 ਤੱਕ ਦੀ ਗੱਲ ਕਰਾਂਗੇ। ਤੇ ਆਪਣੇ ਬੰਦੇ ਬਹੁਤ ਲੋਕ ਇੱਦਾਂ ਕਹਿ ਦਿੰਦੇ ਆ ਵੀ ਜਿਹੜੇ ਆਪਣੇ ਪੰਜਾਬੀ ਸੀਗੇ ਜਾਂ ਅਸੀਂ ਇੱਕੋ ਥਾਲੀ ਦੇ ਬੇਰ ਹਾਂ ਜਾਂ ਅਸੀਂ ਇੱਕੋ ਜਗ੍ਹਾ 'ਤੇ ਰਹਿੰਦੇ ਹਾਂ, ਪਰ 1890 ਦੇ ਵਿੱਚ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਉਹ ਪੂਰੀ ਦੁਨੀਆ ਦਾ ਚੱਕਰ ਮਾਰ ਕੇ ਫੇਰ ਆਸਟ੍ਰੇਲੀਆ ਆਏ ਸੀਗੇ। ਤੇ ਦੂਸਰੀ ਗੱਲ, ਇੱਕ ਫੌਜ 'ਚੋਂ ਐਕਸ ਆਰਮੀ ਮੈਨ ਸੀਗੇ। ਤੇ ਦੋਸਤੋ, ਵੀ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਬਿਸ਼ਨ ਸਿੰਘ ਹੋਣਾ ਬਾਰੇ ਕਰਨੀ ਚਾਹੂੰਗਾ ਵੀ ਜੇ ਮੈਂ ਆਪਣੀ ਵੀ ਗੱਲ ਇਹਦੇ ਵਿੱਚ ਗੱਲ ਕਰਦਾ ਵੀ ਜੇ ਆਪਾਂ ਕਿਸੇ ਅਦਾਰੇ ਦੇ ਵਿੱਚ ਜੌਬ ਅਪਲਾਈ ਕਰਦੇ ਹਾਂ, ਜੇ ਉਹ ਤੁਹਾਡੀ ਜੌਬ ਰਿਫਿਊਜ਼ ਕਰ ਦੇਣ ਜਾਂ ਤੁਹਾਨੂੰ ਮਨਾ ਕਰ ਦੇਣ ਵੀ ਤੁਹਾਡੇ ਵਾਸਤੇ ਵੈਕੈਂਸੀ ਨਹੀਂ ਹੈਗੀ, ਤਾਂ ਵੱਧ ਤੋਂ ਵੱਧ ਆਪਾਂ ਕੀ ਕਰ ਸਕਦੇ ਹਾਂ। ਤੇ ਅੱਜ ਤੋਂ 130 ਸਾਲ ਪਹਿਲਾਂ ਬਿਸ਼ਨ ਸਿੰਘ ਹੋਣਾ ਨੇ ਕੀ ਕੀਤਾ ਹੋਊਗਾ, ਉਹ ਸਾਰੀ ਗੱਲਬਾਤ ਭਾਈ ਤਰਨਪ੍ਰੀਤ ਹੋਣੀ ਦੱਸਣਗੇ।
ਜਿਹੜੇ ਇੱਕ ਕਾਫੀ ਮਤਲਬ ਬਿਸ਼ਨ ਸਿੰਘ ਦੀ ਅਗਰ ਲਾਈਫ ਦੇ ਸਿਰਫ 10 ਸਾਲ ਅਸੀਂ ਦੇਖਦੇ ਹਾਂ, ਜੀ ਜੀ ਆਸਟ੍ਰੇਲੀਆ ਦੀ ਹਿਸਟਰੀ 'ਚ ਇੰਡੀਅਨ ਕਹਿ ਲਓ, ਖਾਸ ਕਰ ਸਿੱਖਾਂ ਦੀ ਕੀ ਅਹਿਮੀਅਤ ਹੈ, ਕੀ ਰੋਲ ਹੈ। ਆਸਟ੍ਰੇਲੀਆ ਜਿੱਦਾਂ ਸਪੋਜ਼ ਇੱਕ ਬਿਲਡਿੰਗ ਹੈ, ਅਸੀਂ ਕੱਲ ਐਜ਼ ਅ ਕਿਰਾਏਦਾਰ ਨਹੀਂ ਆ ਰਹੇ ਹਾਂ, ਅਸੀਂ ਇਹਨੂੰ ਕਹਿੰਦੇ ਬ੍ਰਿਕ ਐਂਡ ਟਾਈਲ, ਅਸੀਂ ਸੀਮੈਂਟ, ਰੇਤ ਔਰ ਇੱਟ ਵਾਂਗੂ ਆਸਟ੍ਰੇਲੀਆ ਦੀ ਹਿਸਟਰੀ 'ਚ ਵਸੇ ਹੋਏ ਹਾਂ, ਇਨਗਰੀਡੀਐਂਟਸ ਆ। ਜੀ। ਤੇ ਅੱਜ ਦੀ ਜਿਹੜੀ ਐਪੀਸੋਡ ਹੈ, ਅਸੀਂ ਇਹ ਚੀਜ਼ਾਂ ਕੱਢ ਕੇ ਲਿਆਵਾਂਗੇ ਕਿ ਸਾਰੇ ਆਸਟ੍ਰੇਲੀਅਨਸ ਨੂੰ, ਸਾਰੇ ਇੰਡੀਅਨਸ ਨੂੰ, ਖਾਸ ਕਰ ਸਿੱਖਾਂ ਨੂੰ ਆਲ ਓਵਰ ਵਰਲਡ, ਕਿ ਸਾਡੀ ਜਿਹੜੀ ਅੱਜ ਪਰਸਨੈਲਿਟੀ ਹੈ ਜਾਂ ਆਈਡੈਂਟੀਟੀ ਹੈ ਸਿੱਖਾਂ ਦੀ, ਇਹਦਾ ਪਿਛੋਕੜ 130 ਸਾਲ ਪਹਿਲੇ ਸਿਰਫ ਇੱਕ ਬੰਦੇ ਦੀ, ਮਿਸਟਰ ਬਿਸ਼ਨ ਸਿੰਘ ਦੀ ਅਗਰ ਗੱਲ ਕਰਾਂਗੇ, ਸਿਰਫ 10 ਸਾਲ ਦਾ ਉਹਨਾਂ ਦਾ ਹੈ। ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਇੰਟਰਨੈਸ਼ਨਲ ਐਕਸਪੋਜਰ, ਇੰਟਰਨੈਸ਼ਨਲ ਵੈਲ ਟਰੈਵਲਡ ਸੀਗੇ, ਸਿਰਫ ਅਸੀਂ ਉਹਦੀ ਗੱਲ ਕਰਾਂਗੇ, ਉਹ 'ਚ ਸਾਨੂੰ ਬੜੀ ਇਨਸਪੀਰੇਸ਼ਨ ਮਿਲੇਗੀ। ਜੀ। ਹਾਂਜੀ ਜਿੱਦਾਂ ਖਾਸ ਕਰਕੇ ਉਹਨਾਂ ਦੀ ਐਕਟਿਵ ਲਾਈਫ ਸਟਾਈਲ ਹੈ। ਹਾਂਜੀ ਅੱਜ ਕੱਲ ਆਪਾਂ ਇੱਕ ਜੌਬ ਕਰਦੇ ਹੁੰਨੇ ਆ, ਬੜਾ ਬਿਜ਼ੀ ਹੋ ਜੰਨੇ ਆ, ਸਟ੍ਰੈਸਫੁਲ ਹੋ ਜਾਂਦਾ, ਥੱਕ ਹਾਰ ਕੇ ਜੌਬ ਆਉਨੇ ਆ ਘਰਾਂ, ਕੱਲ ਦੀ ਵੇਟ ਹੁੰਦੀ ਹੈ ਵੀ ਫੇਰ ਸਟਾਰਟ ਕਰਨੀ ਹੈ ਸ਼ਿਫਟ ਹੁਣ। ਉਸ ਟਾਈਮ 'ਚ ਉਹਨਾਂ ਨੇ ਇੰਨਾ ਐਕਟਿਵ ਲਾਈਫ ਸਟਾਈਲ ਰੱਖਿਆ ਹੋਇਆ ਸੀ। ਹਾਂਜੀ ਜੀ ਹਾਂਜੀ ਅਸੀਂ ਗੱਲ ਇਸ ਤਰ੍ਹਾਂ ਕਰਾਂਗੇ, ਬਿਸ਼ਨ ਸਿੰਘ ਹੋਰੀ ਐਕਸ ਆਰਮੀ ਮੈਨ ਸੀਗੇ ਜੀ। ਇੰਡੀਆ ਤੋਂ। ਇੱਥੇ ਆ ਕੇ ਪਰਥ 'ਚ ਉਹ ਚੌਕੀਦਾਰੀ ਦਾ ਜਾਂ ਨਾਈਟ ਵਾਚਮੈਨ ਦਾ ਕੰਮ ਕਰਦੇ ਸੀ, ਪਰਥ ਸਿਟੀ ਦੇ ਵਿੱਚ। ਜੀ। ਇੱਥੇ ਵੈਸਟਰਨ ਆਸਟ੍ਰੇਲੀਆ 'ਚ 1880 ਦੇ ਆਸ-ਪਾਸ ਸੋਨਾ ਲੱਭ ਗਿਆ ਸੀ। ਕਾਲਗੁਰਲੀ ਔਰ ਕੂਲਗਾਡੀ ਇਸ ਇਲਾਕੇ 'ਚ ਜਦੋਂ ਸੋਨਾ ਲੱਭਾ ਤੇ ਬਹੁਤ ਜ਼ਿਆਦਾ ਇੱਕਦਮ ਪਾਪੂਲੇਸ਼ਨ ਇੱਧਰ ਮੂਵ ਹੋਈ। ਉਸੇ ਦੇ ਨਾਲ ਹੀ ਜਿਹੜਾ ਸੋਨਾ ਨਿਕਲਦਾ ਸੀ, ਉਹਦੀ ਜਿਹੜੀ ਸੇਲ ਸੀਗੀ, ਤੇ ਜਿਹੜੇ ਪਰਥ ਦੇ ਅੱਜ ਜਿਹੜੇ ਮੇਨ ਸੜਕਾਂ ਨੇ, ਮੇਨ ਸਟਰੀਟਸ ਨੇ, ਹੇ ਸਟਰੀਟ, ਵੈਲਿੰਗਟਨ ਸਟਰੀਟ ਜਾਂ ਮਰੇ ਸਟਰੀਟ ਜਾਂ ਹੋਰ ਜਿਹੜੀ ਸਟਰੀਟ, ਇੱਥੇ ਸੋਨੇ ਦੀ ਦੁਕਾਨਾਂ ਹੁੰਦੀਆਂ ਸੀ। ਜੀ। ਤੇ ਬਿਸ਼ਨ ਸਿੰਘ ਹੋਰੀ ਨੂੰ ਇੱਥੇ ਨਾਈਟ ਵਾਚਮੈਨ ਦੀ ਜੌਬ ਮਿਲੀ ਹੋਈ ਸੀ। ਜੀ। ਉਦੋਂ ਇੱਕ ਬੜੀ ਇੰਟਰਸਟਿੰਗ ਗੱਲ ਹੈ, ਇਹ ਵੀ ਕਿਸੇ ਨੇ ਦੱਸੀ ਸੀਗੀ, ਇਹ ਵੈਸੇ ਕਿਤੇ ਨਹੀਂ ਮੈਂਸ਼ਨ, ਕਿ ਇਹ ਬੜੇ ਹਾਈਟ ਬੜੀ ਸੀ, ਫਿਰ ਪੱਗ ਬੰਨ੍ਹ ਕੇ ਇਹਨਾਂ ਦੀ ਹਾਈਟ ਹੋਰ ਜ਼ਿਆਦਾ ਲੱਗਦੀ ਸੀਗੀ, ਮਤਲਬ 6 ਫੁੱਟ 3 ਇੰਚ ਦੇ ਸੀਗੇ, ਪਲੱਸ ਪੱਗ ਬੰਨ੍ਹ ਲਈ। ਤੇ ਇਹਨਾਂ ਕੋਲ ਡਾਂਗ ਹੁੰਦੀ ਸੀ, ਸਟਿਕ ਦਿੰਦੇ ਸੀ ਕਾਫੀ ਲੰਬੀ, 10-10 12-12 ਫੁੱਟ ਦੀ। ਜੀ। ਤੇ ਜਿਹੜੀ ਸਟਰੀਟ ਲਾਈਟ ਸੀਗੀਆਂ, ਉਹਨਾਂ ਦੇ ਔਨ ਆਫ ਦੇ ਸਵਿਚ ਖੰਭੇ ਤੇ ਹੀ ਹੁੰਦੀ ਸੀ। ਅੱਛਾ। ਤੇ ਇਹ ਡਾਂਗ ਨਾਲ ਰਾਤੀ ਜਦੋਂ ਸ਼ਿਫਟ ਸਟਾਰਟ ਹੋਣੀ ਜਾਂ ਸ਼ਾਮੀ ਜਦੋਂ ਸੂਰਜ ਡੁੱਬ ਗਿਆ, ਉਦੋਂ ਲਿਆ ਕੇ ਔਨ ਕਰਨੇ ਔਰ ਸਵੇਰੇ ਜਾਣ ਲੱਗਿਆ ਆਫ ਕਰਨੇ, ਤਾਂ ਕਿ ਕੋਈ ਸ਼ਰਾਰਤ ਨਾ ਕਰੇ। ਤੇ ਸਵਿਚ ਬੜੇ ਹਾਈਟ ਤੇ ਹੁੰਦੇ ਸੀ। ਸੋ ਇਹ ਨਾਈਟ ਵਾਚਮੈਨ ਹੇ ਸਟਰੀਟ ਵਗੈਰਾ ਇਸ ਸੀਗੇ, ਔਰ ਜਿਹੜੀ ਆਪਣੀ ਡਿਊਟੀ ਕਰਦੇ ਸੀਗੇ ਜਾਂ ਜਿਸ ਤਰ੍ਹਾਂ ਵੀ, ਹੀ ਵਾਜ਼ ਵੈਰੀ ਪੋਪੂਲਰ। ਉਹ ਲੋਕਲ ਜਿਹੜੀ ਕਮਿਊਨਿਟੀ ਸੀ ਪਰਥ ਸਿਟੀ ਦੀ, ਬਿਜ਼ਨਸ ਕਮਿਊਨਿਟੀ ਕਹਿ ਲਓ ਜਾਂ ਜਿਹੜੇ ਵੀ ਲੋਕ ਆਉਂਦੇ ਸੀ, ਮਤਲਬ ਉਹਨਾਂ ਦੀ ਆਪਾਂ ਜਿੱਦਾਂ ਹੁਣ ਗੱਲ ਕਰਾਂਗੇ ਅੱਗੇ, ਕਿਸ ਕਿਸ ਸੋਸ਼ਲ ਸਿਸਟਮ 'ਚ ਕਿਸ ਕਿਸ ਦਾਇਰੇ 'ਚ ਉਹ ਐਕਟਿਵ ਸੀਗੇ, ਉਹਦੇ ਨਾਲ ਪਤਾ ਲੱਗੇਗਾ ਕਿ ਮਿਸਟਰ ਬਿਸ਼ਨ ਸਿੰਘ ਦੀ ਸਿਰਫ ਅਸੀਂ 10 ਸਾਲ ਦੀ ਗੱਲ ਕਰਾਂਗੇ ਕਿ ਸਾਡੇ ਸਿੱਖਾਂ ਦੀ ਮੈਂਟੈਲਿਟੀ ਜਾਂ ਸਿੱਖਾਂ ਦਾ ਸੋਚ ਕਿਸ ਤਰ੍ਹਾਂ ਇਸ ਕੰਟਰੀ 'ਚ 100-125 ਸਾਲ ਪਹਿਲੇ ਰਹਿ ਚੁੱਕਾ ਹੈ। ਜੀ। ਸਿੱਖ ਜ਼ਿਆਦਾਤਰ ਡਲ ਨਹੀਂ ਹੁੰਦੇ, ਜੋ ਵੀ ਆਪਣੀ ਜੌਬ ਕਰ ਰਹੇ ਜਾਂ ਬਿਜ਼ਨਸ ਕਰ ਰਹੇ, ਉਹਦੇ ਨਾਲ ਨਾਲ ਸੋਸ਼ਲੀ ਵੀ ਕਿੰਨੇ ਐਕਟਿਵ ਹੁੰਦੇ ਆ। ਅਸੀਂ ਮੱਸਾ ਸਿੰਘ ਹੋਰਾਂ ਦੀ ਗੱਲ ਕੀਤੀ ਸੀਗੀ, ਅਸੀਂ ਉਹ ਜਿਹੜੀ ਚਿੱਠੀ ਸੀਗੀ ਉਹਦੀ ਗੱਲ ਕੀਤੀ ਸੀ। ਇਹ ਸਾਰੀ ਗੱਲਾਂ ਅੱਜ ਫਿਰ ਆਪਾਂ ਕਵਰ ਕਰਾਂਗੇ ਥਰੂ ਮਿਸਟਰ ਬਿਸ਼ਨ ਸਿੰਘ ਜੀ। ਤੇ ਭਾਜੀ, ਜਦੋਂ ਬਿਸ਼ਨ ਸਿੰਘ ਇੱਥੇ ਆਸਟ੍ਰੇਲੀਆ 'ਚ ਲੈਂਡ ਹੁੰਨੇ ਆ, ਤੁਸੀਂ ਮੈਂਸ਼ਨ ਕਰ ਰਹੇ ਸੀ ਵੀ ਉਹ ਹੋਰ ਜਗ੍ਹਾ ਵੀ ਦੁਨੀਆ 'ਚ ਘੁੰਮ ਕੇ ਆਏ ਸੀ। ਹਾਂਜੀ। ਕਿਹੜੀ ਕੰਟਰੀ 'ਚੋਂ ਗਏ ਹੋਏ ਸੀ, ਕਿੱਦਾਂ ਉਹਨਾਂ ਦਾ ਜਾਣ ਦਾ ਉੱਥੇ ਸਬੱਬ ਬਣਿਆ ਸੀ? ਬਿਸ਼ਨ ਸਿੰਘ ਹੋਰੀ ਸਿੱਖ ਰੈਜੀਮੈਂਟ ਦੇ ਸਿਪਾਹੀ ਸੀਗੇ। ਜੀ। ਸਿੱਖ ਰੈਜੀਮੈਂਟ ਆਸਟ੍ਰੇਲੀਆ ਦੀ ਨਾਲ ਸਿੱਖ ਰੈਜੀਮੈਂਟ ਦਾ ਜਿਹੜਾ ਪਹਿਲਾ ਵਾਹ ਪੈਂਦਾ ਹੈ, ਜਦੋਂ ਇਕੱਠੇ ਲੜਦੇ ਨੇ, ਇਹ ਹੁੰਦਾ 1885 'ਚ, 1885। ਜੀ। 1885 'ਚ ਆਸਟ੍ਰੇਲੀਆ ਦੀ ਆਰਮੀ ਜ਼ਿਆਦਾਤਰ ਜਿਹੜੀ ਨਿਊ ਸਾਊਥ ਵੇਲਸ ਤੋਂ ਸੀਗੀ, ਸਿਡਨੀ ਤੋਂ, ਇਹ ਗਈ ਸੀਗੀ ਅਫਰੀਕਾ, ਸੁਦਾਨ। ਜੀ। ਸੁਦਾਨ 'ਚ ਲੜਾਈ ਚੱਲ ਰਹੀ ਸੀ। ਆਸਟ੍ਰੇਲੀਅਨ ਆਰਮੀ ਉੱਥੇ ਗਈ ਸੀ ਤੇ ਇੰਡੀਅਨ ਆਰਮੀ ਵੱਲੋਂ ਸਿੱਖ ਰੈਜੀਮੈਂਟਸ ਜਾਂ ਹੋਰ ਰੈਜੀਮੈਂਟਸ ਵੀ ਉੱਥੇ ਸੀਗੀਆਂ। ਉਸ ਥਾਂ ਦਾ ਨਾਂ ਹੈ ਸਵਾਕਿਨ। ਇਹ ਬਿਸ਼ਨ ਸਿੰਘ ਉੱਥੇ ਵੀ ਸੀਗੇ 1885 'ਚ। ਜੀ। ਉਹਦੇ ਬਾਅਦ ਇਹਨਾਂ ਨੇ
ਪਹਿਲੇ ਕਈ ਸਾਲ ਇੰਡੀਅਨ ਆਰਮੀ 'ਚ ਇੰਡੀਆ 'ਚ ਬਿਤਾਏ, ਜੀ ਸੁਆਕਿਨ ਅਫਰੀਕਾ ਵੀ ਰਹੇ, ਜੀ ਇਹ ਇਜਿਪਟ ਵੀ ਇਹਨਾਂ ਨੇ 2 ਸਾਲ ਲਾਏ, ਜੀ ਇਹਨਾਂ ਨੇ ਬਰਮੀਜ਼ ਵਾਰ 'ਚ ਬਰਮਾ 'ਚ ਵੀ ਲਗਾਏ 2 ਸਾਲ, ਜੀ ਇਹ ਸ਼ੰਘਾਈ ਵੀ ਰਹੇ, ਜੀ ਇਹ ਹਾਂਗਕਾਂਗ ਵੀ ਰਹੇ, ਜੀ। ਇਹ ਅਫਗਾਨਿਸਤਾਨ ਵੀ ਰਹੇ ਜੀ ਤੇ ਕੰਦਹਾਰ। ਉਹਦੇ ਬਾਅਦ ਇਹ 1890 'ਚ ਇਹ ਆਸਟ੍ਰੇਲੀਆ ਆਉਂਦੇ ਨੇ। ਜੀ ਸੋ ਇਹ ਸੀ ਇਹਨਾਂ ਦਾ ਪਿਛਲਾ ਆਸਟ੍ਰੇਲੀਆ ਲੈਂਡ ਕਰਨ ਤੋਂ ਪਹਿਲੇ ਦਾ ਇੰਟਰਨੈਸ਼ਨਲ ਐਕਸਪੋਜ਼ਰ ਜਾਂ ਇੰਟਰਨੈਸ਼ਨਲ ਐਕਸਪੀਰੀਅੰਸ ਐਜ਼ ਅ ਆਰਮੀ ਮੈਨ। ਤੇ ਕਿਉਂਕਿ ਇੰਨਾ ਉਹ ਘੁੰਮੇ ਹੋਏ ਆ, ਉਹਨਾਂ ਨੇ ਇੰਨੇ ਦੇਸ਼ ਦੇਖੇ ਹੋਏ ਆ, ਆਈ ਥਿੰਕ ਇੰਨਾ ਘੁੰਮਣ ਦੇ ਨਾਲ ਕਿੰਨੀ ਨੌਲੇਜ ਵਧੀ ਹੋਏਗੀ ਤੇ ਦੁਨੀਆ ਨੂੰ ਦੇਖਣ ਦਾ ਐਂਗਲ ਚੇਂਜ ਹੋ ਜਾਂਦਾ ਤਕਰੀਬਨ ਬੰਦੇ ਦਾ। ਉਹਦੇ ਨਾਲ ਇਹ ਜਿਹੜਾ ਐਕਸਪੋਜ਼ਰ ਹੁੰਦਾ ਇੰਟਰਨੈਸ਼ਨਲ ਟਰੈਵਲ, ਆਪਾਂ ਸਭ ਨੇ ਦੇਖਿਆ ਹੈ, ਜੀ। ਸਾਡਾ ਕੌਨਫੀਡੈਂਸ ਵੱਧ ਜਾਂਦਾ ਹੈ, ਜੀ, ਜੀ। ਕਿਉਂਕਿ ਟਰੈਵਲ ਇਟਸੈਲਫ ਇੱਕ ਐਜੂਕੇਸ਼ਨ ਹੈ। ਜੀ ਜਿਨ੍ਹਾਂ ਨੇ ਇੰਨਾ ਥਾਵਾਂ ਤੇ ਕੰਮ ਕੀਤਾ ਹੈ ਔਰ ਮੈਡਲ ਜਿੱਤੇ ਹੋਏ ਆ, ਬਰੇਵਰੀ ਮੈਡਲਸ ਵੱਖਰੇ ਆ ਔਰ ਜਿਹੜੇ ਵਾਰ ਮੈਡਲਸ ਹੁੰਦੇ ਉਹ ਵੱਖਰੇ ਆ, ਤੇ ਮੈਡਲਸ ਵੀ ਸੀਗੇ ਔਰ ਇਹ ਸਾਰੇ ਨਾਲ ਲੈ ਕੇ ਆਏ ਸੀਗੇ। ਔਰ ਜਦੋਂ ਕਿਸ ਤਰ੍ਹਾਂ ਕੋਈ ਆਫੀਸ਼ੀਅਲ ਕੰਮ ਹੁੰਦਾ ਸੀ, ਆਪਣੇ ਸਾਰੇ ਮੈਡਲਸ ਵਗੈਰਾ ਲਾ ਕੇ ਐਕਟਿਵਲੀ ਪਾਰਟਿਸਿਪੇਟ ਕਰਦੇ ਹੁੰਦੇ ਸੀ ਸੋਸ਼ਲ ਲਾਈਫ 'ਚ। ਸੋ ਹੀ ਵਾਸ ਵੈਰੀ ਵੈਲ ਨੋਨ ਫਿਗਰ ਜੀ। ਇਨ ਪਰਥ। ਜੀ ਹਾਂਜੀ ਭਾਜੀ, ਜਿਹੜਾ ਮਾਈਨਿੰਗ ਰਾਈਟਸ ਵਾਲੀ ਗੱਲ ਦੱਸ ਰਹੇ ਸੀ ਵੀ ਕਿੱਦਾਂ ਜਦੋਂ ਆਪਣੇ ਬੰਦਿਆਂ ਨੂੰ ਮਾਈਨਿੰਗ ਰਾਈਟਸ ਨਹੀਂ ਮਿਲੇ ਤਾਂ ਇਹਨਾਂ ਨੇ ਉਹਦਾ ਫਿਰ ਰਿਸਪੌਂਸ ਕੀ ਭੇਜਿਆ ਗਵਰਨਮੈਂਟ ਨੂੰ? ਇੰਡੀਆ 'ਚ ਤੇ ਇਹੀ ਦੱਸਿਆ ਗਿਆ ਇਹਨਾਂ ਨੂੰ ਕਿ ਤੁਸੀਂ ਜਿੱਥੇ ਵੀ ਜਾਓਗੇ, ਜੀ। ਜਿੱਥੇ ਕੁਈਨ ਦਾ ਰਾਜ ਹੈ, ਤੁਹਾਨੂੰ ਇਕੁਅਲ ਟ੍ਰੀਟਮੈਂਟ ਮਿਲੇਗਾ। ਜੀ ਲੇਕਿਨ ਵੈਸਟਰਨ ਆਸਟ੍ਰੇਲੀਆ 'ਚ ਨਹੀਂ ਮਿਲਦਾ ਸੀ। ਜੀ ਤੇ ਇੱਥੋਂ ਦੇ ਜਿੰਨੇ ਵੀ ਸਿੱਖ ਸੀਗੇ ਉਹਨਾਂ ਨੇ 1898 1898 'ਚ ਜੀ ਇੱਕ ਪਟੀਸ਼ਨ ਪਾਈ ਸੀ ਠੀਕ ਕਿ ਹੈ ਗਵਰਨਮੈਂਟ ਨੂੰ ਕਿ ਸਾਨੂੰ ਮਾਈਨਿੰਗ ਰਾਈਟਸ ਨਹੀਂ ਦਿੱਤੇ ਜਾਂਦੇ। ਠੀਕ ਹੈ ਨਾਲ ਹੀ ਨਾਲ ਇਹਨਾਂ ਨੂੰ ਹੌਕਰਜ਼ ਲਾਇਸੈਂਸ ਜੀ। ਲੈਣਾ ਪੈਂਦਾ ਸੀ। ਜੀ ਜੀ ਮਿਸਟਰ ਬਿਸ਼ਨ ਸਿੰਘ ਨੂੰ ਆਪ 1893 'ਚ ਜੀ ਹੌਕਿੰਗ ਲਾਇਸੈਂਸ ਇਹਨਾਂ ਤੋਂ ਵਿਡਰਾਅ ਕਰ ਲਿਆ ਗਿਆ ਸੀ। ਅੱਛਾ ਤੇ ਜਦੋਂ ਹੌਕਿੰਗ ਲਾਇਸੈਂਸ ਵਿਡਰਾਅ ਕਰ ਲਿਆ, ਅਸੀਂ ਹੁਣੇ ਗੱਲ ਕੀਤੀ ਕਿ ਉਹਨਾਂ ਨੂੰ ਇੰਟਰਨੈਸ਼ਨਲ ਐਕਸਪੋਜ਼ਰ ਤੇ ਉਹ ਬੈਠੇ ਨਹੀਂ, ਉਹਨਾਂ ਨੇ ਸਿੱਧਾ ਚਿੱਠੀ ਅਖਬਾਰ 'ਚ ਲਿਖਤੀ। ਜੀ 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 ਅਖਬਾਰ ਐਡੀਟਰ 'ਚ ਪੂਰੀ ਆਪਣੀ ਗ੍ਰੀਵੈਂਸ ਕੀਤੀ ਕਿ ਮੈਂ ਆਹ ਕੰਮ ਕਰ ਚੁੱਕਾ, ਸਾਨੂੰ ਕਿਹਾ ਗਿਆ ਸੀ ਇਕੁਅਲ ਰਾਈਟਸ ਹੈ, ਸਾਨੂੰ ਨਹੀਂ ਦਿੱਤੇ ਜਾ ਰਹੇ। ਅਗੇਨ ਉਹ ਕੋਈ ਧੱਕਾ ਹੁੰਦਾ ਸੀ ਤੇ ਐਕਸੈਪਟ ਨਹੀਂ ਕਰਕੇ ਬਹਿ ਜਾਂਦੇ ਸੀ, ਸਟ੍ਰੇਟ ਅਵੇ ਰਿਐਕਟ ਕਰਦੇ ਸੀ। ਜੀ। ਔਰ ਜਿੰਨੀ ਇੱਕ ਇੰਡੀਵਿਜੂਅਲ ਬੰਦੇ ਦੀ ਤਾਕਤ ਹੋ ਸਕਦੀ ਹੈ, ਮੀਡੀਆ 'ਚ ਜਾ ਸਕਦਾ ਹੈ। ਉਦੋਂ ਪ੍ਰਿੰਟ ਮੀਡੀਆ ਸੀਗਾ, ਉਹ ਸਿੱਧਾ ਹੀ ਅਖਬਾਰ ਚਲੇ ਗਏ ਜੀ ਕਿ ਸਾਨੂੰ ਦੱਸਿਆ ਗਿਆ ਸੀ ਔਰ ਸਾਨੂੰ ਇੱਥੇ ਹੌਕਿੰਗ ਲਾਇਸੈਂਸ ਨਹੀਂ ਦਿੱਤਾ ਜਾ ਰਿਹਾ। ਜੀ ਦੂਸਰੀ ਤੁਸੀਂ, ਇਹ ਮੈਂ 1893 ਦੀ ਗੱਲ ਕਰ ਰਿਹਾ। ਜੀ ਜੀ 5 ਸਾਲ ਬਾਅਦ ਜਦੋਂ ਕੂਲਗਾਰਡੀ ਕਾਲਗੁਰਲੀ, ਉਹ ਜਿਹੜਾ ਗੋਲਡ ਫੀਲਡ ਏਰੀਆ ਹੈ ਜੀ। WA ਦਾ, ਉੱਥੇ ਇਹਨਾਂ ਨੂੰ ਮਾਈਨਿੰਗ ਰਾਈਟਸ ਨਹੀਂ ਦਿੱਤੇ ਗਏ। ਜੀ ਉਹ ਜਿਹੜੀ ਪੂਰੀ ਮੁਹਿੰਮ ਚੱਲੀ, ਜੀ ਪੂਰੀ ਜਿਹੜੀ ਪ੍ਰੋਜੈਕਟ ਹੈ ਜੀ ਕਿ ਗਵਰਨਮੈਂਟ ਨੂੰ ਅਪਰੋਚ ਕਰਨਾ, ਕੁਈਨ ਤੱਕ ਨੂੰ ਚਿੱਠੀ ਲਿਖਣੀ, ਠੀਕ ਹੈ ਉਹ 'ਚ 50 ਤੋਂ ਕਈ ਥਾਵਾਂ ਤੇ 50 ਵੀ ਆ ਤੇ ਕਈ ਥਾਂ ਤੇ ਲਿਖਿਆ ਕਿ 100 ਬੰਦਿਆਂ ਨੇ ਸਾਈਨ ਕੀਤਾ। ਜੀ ਉਹ ਜਿਹੜੀ ਪੂਰੀ ਚਿੱਠੀ ਆ, ਉਹ ਤੋਂ ਸਭ ਤੋਂ ਪਹਿਲਾ ਨਾਮ ਬਿਸ਼ਨ ਸਿੰਘ ਦਾ ਹੈ। ਜੀ ਜੀ ਮੀਨਸ ਬਿਸ਼ਨ ਸਿੰਘ ਵਾਸ ਵੈਰੀ ਸੋਸ਼ਲੀ ਐਕਟਿਵ ਜੀ ਕਿ ਜੇ ਕਮਿਊਨਿਟੀ ਨਾਲ ਜਾਂ ਉੱਥੇ ਸਾਰਿਆਂ ਨਾਂ ਸਿੰਘ ਦੇ ਨੇ, ਜੀ ਤੇ ਇਸ ਕਰਕੇ ਲੱਗਦਾ ਕਿ ਉਹ ਸਿੱਖ ਪਟੀਸ਼ਨ ਦੇ ਨਾਂ ਤੇ ਵੀ ਪਪੂਲਰ ਹੋਈ ਕਿ ਸਿੱਖਾਂ ਨੇ ਆਪਣੀ ਗੱਲ ਚੁੱਕ ਲਈ। ਜੀ ਜੀ ਪਿਛਲੇ ਐਪੀਸੋਡ 'ਚ ਆਪਾਂ ਕੁਝ ਨਾਂ ਟੱਚ ਕੀਤੇ ਸੀ, ਉੱਥੇ ਮੱਸਾ ਸਿੰਘ ਦਾ ਵੀ ਨਾਂ ਹੈਗਾ। ਜੀ ਜੀ ਜਿਹੜੇ ਹੋਰ ਸੋਜਨ ਸਿੰਘ, ਨਿਹਾਲ ਸਿੰਘ, ਹਰਮਨ ਸਿੰਘ, ਸੁਚੇਤ ਸਿੰਘ, ਸਪੂਰਨ ਸਿੰਘ, ਬੂੜ ਸਿੰਘ, ਸਾਰਿਆਂ ਦੇ ਨਾਂ ਉੱਥੇ ਹੈਗੇ। ਭਾਵੇਂ ਕਿਸੇ ਵੀ ਟਾਊਨ ਸੀਗੇ, ਲੇਕਿਨ ਉਸ ਪ੍ਰੋਜੈਕਟ ਦੀ ਲੀਡ ਇਹਨਾਂ ਦੇ ਹੱਥ ਸੀ। ਉਹਦੀ ਜਿਹੜੀ ਕਰਸਪੋਂਡੈਂਸ ਹੁੰਦੀ ਸੀ ਉਹ ਇਹ ਹੈਂਡਲ ਕਰਦੇ ਸੀ। ਅੱਛਾ ਸੋ ਸੋਸ਼ਲੀ ਐਕਟਿਵ। ਅਬ ਜੋ ਹੌਕਿੰਗ ਲਾਇਸੈਂਸ ਨਹੀਂ ਮਿਲਿਆ, ਸਿੱਧਾ ਮੀਡੀਆ ਚਲੇ ਗਏ। ਜੀ ਜੀ ਜਦੋਂ ਇਹਨਾਂ ਨੂੰ ਮਾਈਨਰ ਲਾਇਸੈਂਸ ਦੀ ਇਸ਼ੂ ਆਈ, ਇਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਕੇ ਜੀ ਜੀ ਅੱਗੇ ਤੁਰੇ ਜੀ ਜੀ ਆਪਣੀ ਇਕੁਅਲ ਰਾਈਟਸ ਵਾਸਤੇ। ਜੀ ਜੀ ਔਰ ਬੜੀ ਅੱਛੀ ਕੋਰਸਪੋਂਡੈਂਸ ਹੈ। ਇਹ ਪੂਰੇ ਆਸਟ੍ਰੇਲੀਆ 'ਚ ਬਹੁਤ ਸਾਰੇ ਸਟੇਟਸ 'ਚ ਕਵਰ ਹੋਈ ਸੀ। ਸਿੱਖ ਪਟੀਸ਼ਨ, ਇਹਨਾਂ ਨੂੰ ਰਾਈਟਸ ਨਹੀਂ ਦਿੱਤੇ ਜਾ ਰਹੇ ਤੇ ਇਹ ਕਿਸ ਤਰ੍ਹਾਂ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਔਰ ਆਪਣੀ ਆਵਾਜ਼ ਚੁੱਕ ਰਿਹਾ, ਜੀ ਜੀ ਜੋ ਕਿ ਅੱਜ ਹਿਊਮਨ ਰਾਈਟਸ ਕਹਿ ਲਓ ਜਾਂ ਕਿਸੇ ਵੀ ਰਾਈਟਸ ਕਹਿ ਲਓ, ਡਿਸਕ੍ਰਿਮੀਨੇਸ਼ਨ ਕਿਸੇ ਟਾਈਪ ਦਾ, ਤੇ ਅਸੀਂ ਜਿਹੜਾ ਉਦੋਂ ਡੈਮੋਕ੍ਰੈਟਿਕ ਪ੍ਰੋਸੈਸ ਔਰ ਲੀਗਲ ਪ੍ਰੋਸੈਸ ਸੀਗਾ, ਜੀ ਸਾਡੇ ਸਿੱਖਾਂ ਨੇ, ਜਿਹੜੇ ਸਾਡੇ ਬਜ਼ੁਰਗ ਆਏ ਸੀਗੇ ਐਲਡਰਲੀ, ਉਦੋਂ ਤੇ ਜਵਾਨ ਹੀ ਰਹੇ ਹੋਣੇ ਆ, ਉਹਨਾਂ ਨੇ ਹੈਂਡਲ ਕੀਤਾ। ਜੀ ਜੀ ਸੋ ਇਹ ਚੀਜ਼ ਵੀ ਸਾਨੂੰ ਸਿੱਖਣੀ ਹੈ ਜੀ ਜੀ ਕਿ ਜਿੱਥੇ ਹੋਏ ਚੁੱਪ ਨਾ ਬੈਠੋ, ਗੱਲ ਕਰੋ ਔਰ ਫੇਸ ਇਟ ਜੀ। ਔਰ ਟੈਕਲ ਇਟ। ਜੀ ਖਾਸ ਕਰਕੇ ਦਰਸ਼ਕਾਂ ਨੂੰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਵੀ ਭਾਜੀ ਲੈਟਰ ਦੇਣਗੇ ਜੋ ਉਹਨਾਂ ਨੇ ਪਟੀਸ਼ਨ ਪਾਈ ਸੀ, ਤੇ ਅਸੀਂ ਅਟੈਚ ਕਰਾਂਗੇ ਉਹ ਵੀਡੀਓ ਦੇ ਨਾਲ, ਲਿੰਕ ਤੇ ਵੀ ਪਾਵਾਂਗੇ, ਪੰਜਾਬੀ ਕੈਂਗਰੂ ਦੀ ਨਿਊਜ਼ ਬਲੌਗ ਤੇ ਵੀ ਪਾਵਾਂਗੇ ਉਹ ਲੈਟਰ, ਤੇ ਉਹਨੂੰ ਪੜ੍ਹਿਓ ਤੇ ਉਹਨੂੰ ਪੜ੍ਹ ਕੇ ਥੋੜਾ ਦੇਖਿਓ ਵੀ ਕੀ ਕੀ ਡਿਟੇਲ ਮੈਂਸ਼ਨ ਕੀਤੀ ਹੋਈ ਹੈ ਉਹਦੇ 'ਚ। ਮੈਂ ਸਿਰਫ ਇੱਕ ਪਾਰਟ ਮੈਂਸ਼ਨ ਕਰ ਦਿੰਦਾ ਤੇ ਉਹ
ਕਾਫੀ ਹੋਰ ਡਿਟੇਲ ਹੈ ਵੀ ਉਹਨਾਂ ਨੇ ਉਹਦੇ ਚ ਮੈਂਸ਼ਨ ਕੀਤਾ ਕਲੀਅਰਲੀ ਕਿ ਇਟਾਲੀਅਨ ਤੇ ਜੈਪਨੀਜ਼ ਨੂੰ ਤੁਸੀਂ ਰਾਈਟ ਪੂਰੇ ਦੇ ਰਹੇ ਆ ਪਰ ਤੁਸੀਂ ਸਾਨੀ ਨੂੰ ਨਹੀਂ ਦੇ ਰਹੇ। ਹਾਂਜੀ, ਤੇ ਸਾਡਾ ਰਾਈਟ ਬਣਦਾ ਹੈ ਤੇ ਉਹਨਾਂ ਨੇ ਆਪਣਾ ਕੰਟਰੀਬਿਊਸ਼ਨ ਵੀ ਬੜਾ ਉਹਦੇ ਚ ਲਿਖਿਆ ਹੋਇਆ ਵੀ ਅਸੀਂ ਸਾਡਾ ਇਹ ਕੰਟਰੀਬਿਊਸ਼ਨ ਹੈ ਬ੍ਰਿਟਿਸ਼ ਐਮਪਾਇਰ ਦੇ ਲਈ, ਇਸ ਲਈ ਸਾਡੇ ਹੱਕ ਪੂਰੇ ਬਣਦੇ ਆ ਇੱਥੇ ਜੀ। ਹੁਣ ਇੱਕ ਗੱਲ ਜਦੋਂ ਦੇਖਦੇ ਹਾਂ ਅਸੀਂ ਕੰਪੇਅਰ ਕਰਦੇ ਹਾਂ, ਉਹ ਚਿੱਠੀ 'ਚ ਲਿਖਿਆ ਹੋਇਆ ਕਿ ਸਾਡੇ ਬਹੁਤ 15 ਉਹ 'ਚ ਜਿੰਨੇ ਨਾਂ ਸੀਗੇ 15 ਨਾਂ 'ਚ ਲਿਖਿਆ ਹੋਇਆ ਕਿ ਇਹਨਾਂ ਕੋਲ ਮੈਡਲ ਸੀਗੇ, ਵਾਰ ਮੈਡਲਸ, ਤੇ 15 ਤੇ ਫੌਜੀ ਸੀਗੇ ਜੀ। ਹੁਣ ਇਹ 1898 ਫਰਵਰੀ ਦੀ ਚਿੱਠੀ ਹੈ ਜੀ। ਔਰ ਜੇ ਆਪਾਂ ਸਿਰਫ 5 ਮਹੀਨੇ ਪਿੱਛੇ ਜਾਂਦੇ ਹਾਂ, ਸੈਪਟੈਂਬਰ 1897 ਸਾਰਾਗੜੀ ਦੀ ਲੜਾਈ ਹੁੰਦੀ ਹੈ। ਅੱਛਾ। ਹੁਣ ਇਹ ਬੰਦੇ ਵੀ ਸਿੱਖ ਰੈਜੀਮੈਂਟ ਦੇ ਆਸਟ੍ਰੇਲੀਆ 'ਚ ਸੀਗੇ ਜੀ। ਕਈ ਹੋਰ ਵੀ ਨੇ, ਇੱਕ ਨੰਦ ਸਿੰਘ ਵੀ ਸੀਗੇ, ਉਹ 35 ਸਿੱਖ ਰੈਜੀਮੈਂਟ ਦੇ ਸੀਗੇ। ਜੀ, ਜੀ। ਸਾਰਾਗੜੀ ਦੀ 36 ਸਿੱਖ ਰੈਜੀਮੈਂਟ ਹੈ, ਇਹ ਬਿਸ਼ਨ ਸਿੰਘ ਆਪ ਸਿੱਖ ਰੈਜੀਮੈਂਟ ਦੇ ਸੀਗੇ। ਜੀ। ਸੋ ਇਹਨਾਂ ਨੇ ਕੋਈ ਪ੍ਰੋਬਲਮ ਆਈ ਜਾਂ ਕੋਈ ਧੱਕਾ ਹੋਇਆ, ਨੇ ਪੂਰੀ ਗੱਲ ਮੈਂਸ਼ਨ ਕੀਤੀ ਕਿ ਜਦੋਂ ਤੁਸੀਂ ਕਿਹਾ ਨਾ ਕਿ ਚਾਈਨੀਜ਼ ਔਰ ਜੈਪਨੀਜ਼ ਔਰ ਇਟਾਲੀਅਨ ਨਾਲ, ਤੇ ਇਹਨਾਂ ਨੇ ਪੁਆਇੰਟ ਕੀਤਾ ਜੀ, ਮਤਲਬ ਅਗੇਨ ਫਿਰ ਦਿਲੇ ਦੀ ਕਿ ਤੁਸੀਂ ਜੈਪਨੀਜ਼ ਨਾਲ ਇਹ ਕਰ ਰਹੇ ਹੋ ਤੇ ਸਾਡੇ ਨਾਲ ਧੱਕਾ ਕਰੋ, ਜਦਕਿ ਸਾਡੇ ਕਿੰਨੇ ਬੰਦੇ ਤੁਹਾਡੇ ਨਾਲ ਸ਼ਹੀਦ ਹੋ ਰਹੇ ਨੇ। ਹੁਣ ਇਹ ਕੰਦਹਾਰ 'ਚ ਵੀ ਲੜੇ ਨੇ, ਇਹ ਇਜਿਪਟ 'ਚ ਵੀ ਲੜੇ ਨੇ, ਬਰਮਾ 'ਚ ਲੜ ਰਹੇ ਨੇ, ਇਹ ਅਫਰੀਕਾ 'ਚ ਵੀ ਗਏ ਹੋਏ ਨੇ, ਔਰ ਇੱਥੇ ਉਹਨਾਂ ਨੂੰ ਇੱਕ ਛੋਟੇ ਛੋਟੇ ਕੰਮ ਲਈ ਸਟਰਗਲ ਕਰਨਾ ਪੈ ਰਿਹਾ, ਲੇਕਿਨ ਇਹਨਾਂ ਨੇ ਹਾਰ ਨਹੀਂ ਮੰਨੀ। ਜੀ 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 ਜੀ। ਤੇ ਖਾਸ ਗੱਲ ਇਹ ਹੈ ਦਰਸ਼ਕਾਂ ਨੂੰ ਵੀ ਕੇਸਰੀ ਫਿਲਮ ਤਕਰੀਬਨ ਸਭ ਨੇ ਦੇਖ ਲਈ ਹੋਏਗੀ ਈਸ਼ਰ ਸਿੰਘ ਬਾਰੇ, ਸਾਰਾਗੜੀ ਬਾਰੇ। ਇਹ ਬਿਸ਼ਨ ਸਿੰਘ ਤੇ ਮੱਸਾ ਸਿੰਘ ਉਸ ਟਾਈਮ ਦੇ ਉਹਨਾਂ ਦੇ ਰੈਜੀਮੈਂਟ, ਉਹਨਾਂ ਦੀ ਰੈਜੀਮੈਂਟ ਦੇ ਸੇਮ ਟਾਈਮ 'ਚ ਉਹਨਾਂ ਨਾਲ ਕੰਮ ਕਰ ਚੁੱਕੇ ਹੈ ਜਿੱਦਾਂ ਜਿੱਥੇ ਈਸ਼ਰ ਸਿੰਘ ਨੇ ਕੀਤਾ ਹੈ। ਤੇ ਉਹ ਸਿਮਿਲਰ ਲੜਾਈਆਂ, ਸਿਮਿਲਰ ਏਰੀਏ 'ਚ ਲੜਾਈਆਂ ਵੀ ਲੜੀਆਂ। ਸੋ ਹੌਸਲਾ ਉਸ ਲੈਵਲ ਦਾ ਹੋਏਗਾ ਜਿਸ ਲੈਵਲ ਦਾ ਈਸ਼ਰ ਸਿੰਘ ਨਾਲ ਦਾ ਸੀ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਤੇ ਉੱਥੇ ਬਹੁਤ ਵਧੀਆ ਟੌਪਿਕ ਤੁਸੀਂ ਟੱਚ ਕੀਤਾ। ਉੱਥੇ ਅਸੀਂ ਬੰਦੂਕ ਨਾਲ ਲੜ ਰਹੇ ਹਾਂ ਜੀ ਜੀ, ਇੱਥੇ ਅਸੀਂ ਕਲਮ ਨਾਲ ਲੜ ਰਹੇ ਹਾਂ ਜੀ। ਸਾਡੀ ਤਾਕਤ ਬੋਡੀਲੀ ਔਰ ਮੈਂਟਲੀ ਦੋਵੇਂ ਸੇਮ ਹੈ ਜੀ। ਇਹ ਇੱਕ ਜਿਹੜਾ ਕੰਬੀਨੇਸ਼ਨ ਹੈ ਵਿਚ ਇਜ਼ ਵੈਰੀ ਯੂਨੀਕ। ਇਹ ਨਹੀਂ ਕਿ ਇੱਕ ਬੰਦਾ ਉਹ ਹੈਂਡਲ ਕਰ ਰਿਹਾ ਤੇ ਦੂਜਾ ਨਹੀਂ, ਇਹੀ ਸਿਪਾਹੀ ਵੀ ਨੇ ਜੀ ਔਰ ਇਹੀ ਆਪਣੇ ਲਾਈਟਸ ਦੀ ਕਲਮ ਯੂਜ਼ ਕਰ ਰਹੇ ਨੇ ਜੀ। ਸੋ ਇਹਨਾਂ ਦੀ ਜਿਹੜੀ ਕਿਸ ਤਰ੍ਹਾਂ ਕਿ ਸਪਿਰਿਟ ਹੈ ਕਿ ਆਪਣੇ ਹੱਕਾਂ ਲਈ ਖੜੇ ਹੋਣਾ। ਔਰ ਇੱਥੇ ਫਿਰ ਮਿਆਦ ਦਵਾਦਾ, ਇਹਨਾਂ ਦੀ ਫੈਮਿਲੀ ਨਹੀਂ ਸੀਗੀਆਂ, ਕੱਲੇ ਸੀ ਇੱਥੇ, ਕੱਲੇ ਸੀਗੇ। ਔਰ ਇਹ ਇੰਗਲਿਸ਼ ਦਾ ਟੈਸਟ ਜਾਂ ਦੂਸਰੇ ਟੈਸਟ ਪਾਸ ਕਰਕੇ ਆਉਂਦੇ ਸੀ ਤੇ ਇਹਨਾਂ ਦੀ ਰੈਪੂਟੇਸ਼ਨ ਵੀ ਬੜੀ ਅੱਛੀ ਹੁੰਦੀ ਸੀ। ਔਰ ਇਹ ਜਿਸ ਤਰ੍ਹਾਂ ਕੀਤਾ ਕਿ ਉਹਨਾਂ ਨੂੰ ਲਾਇਸੈਂਸ ਨਹੀਂ ਮਿਲਾ ਹੌਕਰ ਦਾ, ਮੀਡੀਆ ਚਲੇ ਗਏ, ਮਾਈਨਿੰਗ ਰਾਈਟਸ ਨਹੀਂ, ਮੀਡੀਆ ਚਲੇ ਗਏ, ਪੂਰੀ ਕਰਸਪੋਂਡੈਂਸ ਕਰ ਰਹੇ ਗਵਰਨਮੈਂਟ ਨਾਲ। ਤੇ ਖਾਸ ਕਰਕੇ ਉਸ ਟਾਈਮ ਅਖਬਾਰ ਚ ਆਉਣਾ, ਸਮਝ ਲਓ ਅੱਜ ਦੇ ABC ਚੈਨਲ ਤੇ 7 PM ਤੇ ਜਾ ਕੇ ਕਹਿਣਾ ਵੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਹਾਂਜੀ ਬਿਲਕੁਲ, ਕਿਉਂਕਿ ਉਸ ਟਾਈਮ ਅਖਬਾਰ ਪਹਿਲੇ ਅੱਖਰ ਤੋਂ ਐਂਡਲੇ ਅੱਖਰ ਤੱਕ ਪੜ੍ਹਿਆ ਜਾਂਦਾ ਤਾਂ 2-3 ਵਾਰ ਦਿਨ ਚ, ਤਾਂ ਕਿ ਪਤਾ ਚੱਲ ਸਕੇ ਕਿ ਇਹ ਜੋ ਪ੍ਰਿੰਟ ਹੋਇਆ ਹੋਇਆ ਅਖਬਾਰ ਚ ਆਇਆ ਦੁਨੀਆ ਚ ਹੋ ਕੀ ਰਿਹਾ। ਹਾਂਜੀ ਜੀ। ਔਰ ਇਸ ਤਰ੍ਹਾਂ ਹੁਣ ਬਿਸ਼ਨ ਸਿੰਘ ਜਿੰਨੇ ਪਪੂਲਰ ਸੀਗੇ ਐਜ਼ ਏ ਨਾਈਟ ਵਾਚਮੈਨ ਵੀ, ਇੱਕ ਵਾਰ ਇੱਕ ਘਰ 'ਚ ਨਹੀਂ, ਉੱਥੇ ਮੇਨ ਜਿੱਥੇ ਕਰਦੇ ਸੀ ਹੇਸ, ਸਾਰਾ ਕਮਰਸ਼ੀਅਲ ਏਰੀਆ ਸੀਗਾ, ਉੱਥੇ ਅੱਗ ਲੱਗ ਗਈ ਜੀ ਜੀ। ਔਰ ਉੱਥੇ ਟਿੰਬਰ ਯਾਰਡ ਸੀ, ਲੱਕੜ ਦਾ ਉਹ ਸੀਗਾ ਗੋਦਾਮ, ਉੱਥੇ ਅੱਗ ਲੱਗ ਗਈ। ਤੇ ਰਾਤੀ ਅੱਗ ਲੱਗੀ ਤੇ ਇਹ ਪਹੁੰਚੇ ਬੁਝਾਉਣ, ਉੱਥੇ ਕੈਨੀਆਂ 'ਚ ਕੈਰੋਸੀਨ ਵੀ ਪਿਆ ਸੀ ਜੀ। ਅੱਛਾ। ਤੇ ਉਹ ਮੈਂਸ਼ਨ ਹੈ ਨਿਊਜ਼ ਆਰਟੀਕਲ 'ਚ, ਕਈ ਆਰਟੀਕਲ ਹੈਗੇ ਨੇ ਉਹ ਅੱਗ ਦੀ, ਲੇਕਿਨ ਬਿਸ਼ਨ ਸਿੰਘ ਕੁੱਦ ਕੇ ਗਏ, ਇਹਨਾਂ ਨੇ ਸਾਰਾ ਕੈਰੋਸੀਨ ਬਾਹਰ ਕੱਢਤਾ ਸੀ। ਅੱਛਾ। ਵਿਚ ਵਾਸ ਵੈਰੀ ਵੈਰੀ ਰਿਸਕੀ, ਕਿਉਂਕਿ ਗਲਤੀ ਨਾਲ ਕੋਈ, ਹਾਂ ਕਿਉਂਕਿ ਫਿਰ ਤੇ ਅੱਗ ਬਹੁਤ ਜ਼ਿਆਦਾ ਲੱਗਣੀ ਸੀਗੀ। ਤੇ ਇਹਨਾਂ ਨੇ ਕੁੱਦ ਕੇ ਜਾ ਕੇ ਐਜ਼ ਏ ਡਿਊਟੀ, ਜੋ ਆਪਣੀ ਡਿਊਟੀ ਵੀ ਕਰ ਰਹੇ ਨੇ, ਜੀ ਜੀ, ਪੂਰੀ ਫੇਥਫੁਲੀ ਨਿਭਾ ਰਹੇ ਨੇ ਜੀ। ਔਰ ਇਹਦਾ ਮੈਂਸ਼ਨ ਹੈ ਉਸ ਇਨਸੀਡੈਂਟ ਹੋ ਗਿਆ, ਦੀ ਖਬਰ ਛਪੇਗੀ, ਅੱਗ ਲੱਗ ਗਈ ਫਲਾਣੇ ਦੀ ਬਿਲਡਿੰਗ ਸੀ, ਇਹ ਨੁਕਸਾਨ ਇੰਸ਼ੋਰੈਂਸ, ਉਹ 'ਚ ਬਿਸ਼ਨ ਸਿੰਘ ਦਾ ਨਾਂ ਆ ਰਿਹਾ ਕਿ ਬਿਸ਼ਨ ਸਿੰਘ ਨੇ ਕੀ ਕੰਮ ਕੀਤਾ। ਅੱਛਾ। ਹੁਣ ਇੱਥੇ ਆਪਣੀ ਡਿਊਟੀ 'ਚ ਵੀ ਕਿੰਨੇ ਐਕਟਿਵ ਨੇ, ਇਹ ਮੈਂਸ਼ਨ ਹੋ ਰਿਹਾ ਨਿਊਜ਼ 'ਚ। ਤੇ ਦੋਸਤੋ ਇੱਕ ਗੱਲ ਮੈਂ ਦੱਸ ਦਿਆਂ ਵੀ ਜੋ ਵੀ ਜਾਣਕਾਰੀ ਅਸੀਂ ਇੱਥੇ ਜਦ ਦਿੱਤੀ ਜਾ ਰਹੀ ਹੈ, ਜੋ ਵੀ ਜਾਣਕਾਰੀ ਅਸੀਂ ਦੱਸ ਰਹੇ ਹਾਂ, ਜਿਹੜੇ ਤਾਂ ਨਿਊਜ਼ ਆਰਟੀਕਲਸ ਦੇ ਲਿੰਕ ਹੋਣਗੇ ਉਹ ਨੀਚੇ ਪੋਸਟ ਦੇ ਵਿੱਚ ਜਾਂ ਵੈਸਟ ਆਸਟ੍ਰੇਲੀਅਨ ਜਾਂ ਜਿਹੜੇ ਵੀ ਅਖਬਾਰ ਨੇ ਉਹਨਾਂ ਦੇ ਲਿੰਕ ਮੌਜੂਦ ਹੋਣਗੇ। ਤੁਸੀਂ ਉਹਨਾਂ ਦੀ ਹੀ ਵੈਬਸਾਈਟ ਦੇ ਉੱਤੇ ਉਹ ਖਬਰਾਂ ਪੜ੍ਹ ਸਕਦੇ ਹੋ। ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਜਿਹੜੀਆਂ ਉਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਹਮਣੇ ਨਹੀਂ ਆਈਆਂ, ਉਹ ਤੁਹਾਡੇ ਸਾਹਮਣੇ ਕੱਢ ਕੇ ਰੱਖੀਏ। ਜੇ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਇਹਨਾਂ ਦੇ ਲਾਈਕ, ਸ਼ੇਅਰ ਤੇ ਆਪਣੇ ਫਰੈਂਡਸ ਨੂੰ ਜ਼ਰੂਰ ਦੱਸਿਓ ਵੀ ਇਹ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦਾ ਇਹ ਇਤਿਹਾਸ ਹੈ। ਕਿਉਂਕਿ ਜੇ ਆਪਾਂ ਸ਼ੇਅਰ ਨਹੀਂ ਕਰੂੰਗੇ ਤਾਂ ਹੋਰ ਕੌਣ ਸ਼ੇਅਰ ਕਰੇਗਾ।
ਇਹ ਭਾਜੀ ਦਾ ਬਹੁਤ ਟਾਈਮ ਦਾ ਰਿਸਰਚ ਹੈ ਜਿਹੜੀ ਭਾਜੀ ਆਪਣੇ ਨਾਲ ਸ਼ੇਅਰ ਕਰ ਰਹੇ ਹੈ। ਇਹ ਵਰਥਵਾਈਲ ਤਾਂ ਹੀ ਹੋਏਗਾ ਸਾਰਿਆਂ ਲਈ ਜੇ ਹਰ ਬੰਦੇ ਨੂੰ ਪਤਾ ਹੈ, ਕਿਉਂਕਿ ਹਰ ਆਸਟ੍ਰੇਲੀਆ 'ਚ ਜੋ ਰਹਿ ਰਿਹਾ ਉਹਦੇ ਕੋਲ ਇੱਕ ਟਾਈਮ ਆਉਣਾ ਹੈ ਵੀ ਕੋਈ ਨਾ ਕੋਈ ਸਵਾਲ ਕਰੇਗਾ ਤੁਹਾਡਾ ਕੀ ਕੰਟਰੀਬਿਊਸ਼ਨ ਹੈ। ਹਾਂਜੀ, ਇਹ ਕੰਟਰੀਬਿਊਸ਼ਨ ਹੈ ਜੀ ਸਾਡਾ। ਹਾਂਜੀ, ਹੁਣ ਇਸ ਕੰਟਰੀਬਿਊਸ਼ਨ 'ਚ ਅਸੀਂ ਜਦੋਂ ਮਿਲਟਰੀ ਹਿਸਟਰੀ ਦੀ ਗੱਲ ਕਰਦੇ ਹਾਂ ਜੀ, ਤੇ ਸਾਰੇ ਕਰਦੇ ਕਿ ਸਿੱਖਾਂ ਨੇ ਵਰਲਡ ਵਾਰ 1 'ਚ ਜਾਂ ਵਰਲਡ ਵਾਰ 2 'ਚ। ਜੀ, ਬਿਸ਼ਨ ਸਿੰਘ ਦੀ ਇੱਕ ਐਪੀਸੋਡ ਐਸਾ ਹੈ ਕਿ 1898-99 'ਚ ਅਫਰੀਕਾ 'ਚ ਵਾਰ ਹੁੰਦੀ ਹੈ, ਬੋਰ ਵਾਰ। ਇਹ ਬੇਸਿਕਲੀ ਦੋ ਯੂਰੋਪੀਅਨਸ ਦੇ ਵਿੱਚ ਦੀ ਵਾਰ ਸੀ। ਡੱਚ ਜਿਹੜੇ ਸੀ ਔਰ ਬ੍ਰਿਟਿਸ਼ਰਸ ਇੰਗਲਿਸ਼ ਦੇ, ਉਹਨਾਂ ਦੇ ਆਪਸ 'ਚ ਲੜਾਈ ਸੀ। ਲੇਕਿਨ ਬ੍ਰਿਟਿਸ਼ ਨੇ ਚੂੰਕਿ ਇੰਡੀਆ ਵੀ ਰੂਲ ਕਰ ਰਹੇ ਸੀ ਤੇ ਇੰਡੀਆ ਤੋਂ ਵੀ ਆਰਮੀ ਗਈ ਸੀ, ਉਹਦੀ ਹੈਗੀ ਹੈ ਇਨਫੋਰਮੇਸ਼ਨ। ਲੇਕਿਨ ਆਸਟ੍ਰੇਲੀਆ ਤੋਂ ਬਿਸ਼ਨ ਸਿੰਘ ਗਏ ਸੀ ਰਿਕਰੂਟਮੈਂਟ ਵਾਸਤੇ ਜੀ, ਕਿ ਵੈਸਟਰਨ ਆਸਟ੍ਰੇਲੀਆ ਤੋਂ ਆਰਮੀ ਭੇਜੀ ਗਈ ਸੀ ਜੀ, ਅਫਰੀਕਾ 'ਚ। ਜੀ, ਔਰ ਬਿਸ਼ਨ ਸਿੰਘ ਜਿਨ੍ਹਾਂ ਨੂੰ ਕਿ ਆਲਰੇਡੀ ਇੰਨਾ ਐਕਸਪੋਜ਼ਰ ਸੀਗਾ ਅਫਰੀਕਾ ਦਾ, ਇਜਿਪਟ ਦਾ, ਬਰਮਾ ਦਾ, ਜੀ, ਅਫਗਾਨਿਸਤਾਨ, ਕਾਂਦਾਹਾਰ, ਕਾਬੁਲ ਦਾ, ਜੀ, ਉਹ ਵੀ ਗਏ ਸੀ ਰਿਕਰੂਟਮੈਂਟ ਵਾਸਤੇ। ਲੇਕਿਨ ਉਹਨਾਂ ਨੂੰ ਨਹੀਂ ਸਿਲੈਕਟ ਕੀਤਾ। ਅੱਛਾ ਰੀਜ਼ਨ ਮੈਨੂੰ ਨਹੀਂ ਪਤਾ ਜੀ, ਲੇਕਿਨ ਉਹਨਾਂ ਨੇ ਫਿਰ ਜੀ, ਜਿਹੜਾ ਸਿਲੈਕਸ਼ਨ ਨਹੀਂ ਹੋਇਆ ਉਹਨਾਂ ਨੇ ਫਿਰ ਚਿੱਠੀ ਅਖਬਾਰ 'ਚ ਜੀ, ਕਿ ਮੈਂ ਆ ਕੀਤਾ ਇੰਨੇ ਸਾਲ, ਪੂਰਾ ਡਿਟੇਲ ਲਿਖ ਕੇ ਜੀ, ਕਿ ਮੇਰੇ ਨਾਲ ਇਹ ਧੱਕਾ ਹੋ ਰਿਹਾ, ਮੈਨੂੰ ਨਹੀਂ ਸਿਲੈਕਟ ਕੀਤਾ ਗਿਆ। ਅਗੇਨ ਫਿਰ ਛੋਟੀ ਜੀ ਸਟੋਰੀ ਹੈ। ਪਹਿਲੇ ਉਹਨਾਂ ਦਾ ਹੌਕਰਸ ਲਾਇਸੈਂਸ ਨਹੀਂ ਮਿਲਿਆ, ਉਹ ਅਖਬਾਰ ਚਲੇ ਗਏ ਜੀ। 1893 5 ਸਾਲ 6-7 ਸਾਲ ਬਾਅਦ ਉਹਨਾਂ ਨਾਲ ਇਕਾਜ਼ ਫਿਰ ਹੋਇਆ, ਨਹੀਂ ਹੋਇਆ। ਹੁਣ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਇੰਨਾ ਆਲਰੇਡੀ 15-20 ਸਾਲ ਦਾ ਇੰਟਰਨੈਸ਼ਨਲ ਐਕਸਪੋਜ਼ਰ ਸੀਗਾ ਆਰਮੀ ਦਾ, ਫਿਰ 7-8 ਸਾਲ ਹੋ ਸਕਦਾ ਹੈ ਏਜ ਕਰਕੇ ਜੀ, ਖੈਰ ਨਹੀਂ ਲਿਆ ਗਿਆ। ਲੇਕਿਨ ਉਹਨਾਂ ਦੀ ਸਪਿਰਿਟ ਦੇਖੋ, ਉਹਨਾਂ ਨੇ ਟੋਲਰੇਟ ਨਹੀਂ ਕੀਤਾ। ਜੀ, ਜੀ। ਆਪਣੀ ਜਿਹੜੀ ਗ੍ਰੀਵੈਂਸ ਸੀਗੀ ਜਾਂ ਜਿਹੜਾ ਉਹਨਾਂ ਦਾ ਦੁੱਖ ਸੀਗਾ, ਉਹਨਾਂ ਨੇ ਅਖਬਾਰ ਚਿੱਠੀ ਲਿਖ ਕੇ 1899 ਚ ਇੱਥੇ ਛਾਪਿਆ। ਜੀ, ਜੀ, ਸੋ ਇਹ ਅਗੇਨ ਫਿਰ ਸ਼ੋ ਕਰ ਰਿਹਾ ਕਿ ਇਹ ਕੈਸੇ ਪਰਸਨੈਲਿਟੀ ਵਾਲੇ ਲੋਕ ਸੀ ਜਿਨ੍ਹਾਂ ਦੇ ਡਿਸੈਂਡੈਂਟਸ ਅਸੀਂ ਹਾਂ। ਸੋ ਅੱਜ ਦੀ ਜਿਹੜੀ ਐਪੀਸੋਡ ਹੈ ਇਹ 'ਚ ਇਹ ਵੀ ਗੱਲ ਆਉਣੀ ਚਾਹੀਦੀ ਹੈ ਕਿ ਸਿੱਖਾਂ ਨੇ ਆਸਟ੍ਰੇਲੀਆ 'ਚ ਉਹੀ ਵੀ 100 ਸਾਲ ਪਹਿਲੇ ਕਿਸ ਤਰੀਕੇ ਦੇ ਜਿਹੜੇ ਇਸ਼ੂਜ਼ ਆਏ ਉਹਨੂੰ ਕਿਸ ਤਰੀਕੇ ਨਾਲ ਬਿਲਕੁਲ ਆਸਟ੍ਰੇਲੀਅਨ ਸਟਾਈਲ, ਆਸਟ੍ਰੇਲੀਅਨ ਸਿਸਟਮ, ਆਸਟ੍ਰੇਲੀਅਨ ਜਿਹੜਾ ਵੇ ਆਫ ਲਾਈਫ ਹੈ ਉਹ 'ਚ ਉਹਨੂੰ ਟੈਕਲ ਕਰ ਰਹੇ ਨੇ। ਜੀ, ਬੜੀ ਇੰਪੋਰਟੈਂਟ ਗੱਲਾਂ ਨੇ। ਜੀ, ਦੋਸਤੋ, ਜਿਵੇਂ ਆਪਾਂ ਪੜ੍ਹਦੇ ਆ ਨਾ, ਮੈਨੂੰ ਲੱਗਦਾ 4ਵੀਂ-5ਵੀਂ ਦੇ ਵਿੱਚ ਕਿਤਾਬ, ਪੰਜਾਬੀ ਦੀ ਕਿਤਾਬ ਦੇ ਵਿੱਚ ਲਿਖਿਆ ਹੁੰਦਾ ਵੀ ਕਲਮ ਦੀ ਤਾਕਤ ਤਲਵਾਰ ਦੀ ਤਾਕਤ ਤੋਂ ਜ਼ਿਆਦਾ ਹੁੰਦੀ ਆ। ਬਿਸ਼ਨ ਸਿੰਘ ਉਹਨਾਂ ਦੀ, ਹੁਣ ਭਾਜੀ ਉਹਨੀ ਗੱਲ ਦੱਸ ਰਹੇ ਸੀਗੇ, ਚਾਹੇ ਮਾਈਨਿੰਗ ਰਾਈਟਸ ਦੀ ਗੱਲ ਹੋਵੇ, ਚਾਹੇ ਅੱਜ ਜਿਵੇਂ ਉਹਨਾਂ ਨੇ ਇੱਕ ਜੌਬ ਅਪਲਾਈ ਕੀਤੀ ਸੀ, ਬੇਸਿਕਲੀ ਵੀ ਜੌਬ ਅਪਲਾਈ ਕੀਤੀ ਤੇ ਜੌਬ ਅਪਲਾਈ, ਉਹਨਾਂ ਨੂੰ ਜੌਬ ਨਹੀਂ ਮਿਲੀ। ਐਡੀਟਰ ਨੂੰ ਇੱਕ ਚਿੱਠੀ ਲਿਖੀ, ਅਖਬਾਰ ਦੇ ਵਿੱਚ ਛਪੀ ਆ, ਉਹ ਚਿੱਠੀ ਤੁਸੀਂ ਪੜ੍ਹਿਓ ਜ਼ਰੂਰ, ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਉਹਨਾਂ ਨੇ ਉਸ ਚੀਜ਼ ਨੂੰ ਟੈਕਲ ਕੀਤਾ। ਤੇ ਦੂਸਰੀ ਗੱਲ, ਇਹ ਨਾਲ ਇੱਕ ਹੋਰ ਮੈਂ ਗੱਲ ਜੋੜਦਾ ਵੀ ਬਹੁਤ ਸਾਰੇ ਭਰਾ ਭੈਣ ਜਿਹੜੇ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਸਾਰੀ ਕਮਿਊਨਿਟੀ ਦੀ ਗੱਲ ਕਰਦੇ ਨੇ, ਜੇ ਕੋਈ ਜੌਬ ਅਪਲਾਈ ਕਰਦੇ ਨੇ ਤੇ ਜੇ ਉਹ ਉਹਨਾਂ ਨੂੰ ਪੈਸ਼ਨ ਹੁੰਦਾ ਜਾਂ ਬਹੁਤ ਡਿਜ਼ਾਇਰ ਹੁੰਦੀ ਆ ਉਸ ਪੋਜੀਸ਼ਨ ਦੇ ਉੱਤੇ ਕੰਮ ਕਰਨ ਦੀ, ਜੌਬ ਨਹੀਂ ਮਿਲਦੀ, ਨਿਰਾਸ਼ ਹੋ ਜਾਂਦੇ ਨੇ ਵੀ ਲੱਗਦਾ ਵੀ ਹੁਣ ਤਾਂ ਸਾਡੀ ਜ਼ਿੰਦਗੀ ਖਤਮ ਹੋ ਗਈ, ਕੁਛ ਇਦਾਂ ਦਾ ਕੁਛ ਸੋਚ ਲੈਂਦੇ ਆ। ਪਰ ਉੱਥੇ ਨਿਰਾਸ਼ ਨਾ ਹੋ ਤੁਸੀਂ, ਐਟਲੀਸਟ ਤੁਸੀਂ ਉਹਨਾਂ ਨੂੰ ਪਤਾ ਕਰ ਸਕਦੇ ਹੋ ਵੀ ਜੌਬ ਸਾਨੂੰ ਮਿਲੀ ਕਿਉਂ ਨਹੀਂ, ਸਾਡਾ ਕਾਰਨ ਕੀ ਸੀਗਾ, ਤੇ ਦੁਬਾਰਾ ਤੁਸੀਂ ਡਬਲ ਤਾਕਤ ਦੇ ਨਾਲ ਜਾਂ ਆਪਣੇ ਆਪ ਨੂੰ ਉਹ ਚੀਜ਼ਾਂ ਫੁੱਲਫਿਲ ਕਰਕੇ ਤੁਸੀਂ ਉਹ ਚੀਜ਼ ਅਪਲਾਈ ਕਰੋ ਜ਼ਰੂਰ। ਤੇ ਇਹਦੀ ਬੈਸਟ ਐਗਜ਼ਾਮਪਲ ਵੀ ਆਪਾਂ ਨੂੰ ਮਿਲਦੀ ਆ, ਕਿਉਂਕਿ ਅੱਜ ਤੋਂ 130 ਸਾਲ ਪਹਿਲਾਂ ਬਿਸ਼ਨ ਸਿੰਘ ਉਹਨਾਂ ਨੇ ਇਹ ਚੀਜ਼ ਕੀਤੀ ਆ, ਜੌਬ ਅਪਲਾਈ ਕੀਤੀ, ਨਹੀਂ ਮਿਲੀ, ਤੇ ਐਡੀਟਰ ਨੂੰ ਚਿੱਠੀ ਲਿਖ ਕੇ ਅਖਬਾਰ ਦੇ ਵਿੱਚ ਉਹ ਚਿੱਠੀ ਛਪੀ ਆ, ਤੇ ਪੂਰੇ ਆਸਟ੍ਰੇਲੀਆ ਦੇ ਸਾਹਮਣੇ ਉਹਨਾਂ ਬੰਦਿਆਂ ਨੂੰ ਸਵਾਲ ਕੀਤਾ ਵੀ ਕਾਰਨ ਦੱਸੋ ਮੈਨੂੰ ਜੌਬ ਕਿਉਂ ਨਹੀਂ ਮਿਲੀ। ਇਹ ਇੱਕ ਬੰਦੇ ਨੂੰ ਨਹੀਂ ਪੁੱਛਿਆ, ਪੂਰੇ ਆਸਟ੍ਰੇਲੀਆ ਨੂੰ ਪੁੱਛਿਆ ਵੀ ਦੱਸੋ ਮੈਨੂੰ ਰਿਜੈਕਟ ਕਿਉਂ ਕਰਿਆ। ਉਹਨਾਂ ਨੇ ਕਿਹਾ ਕਿ ਆਈ ਐਮ ਐਗਰੀਵਡ, ਮੈਨੂੰ ਦੁੱਖ ਹੈ। ਜੀ, ਉਹਨਾਂ ਨੇ ਆਪਣਾ ਦੁੱਖ ਪ੍ਰਗਟਾਵਾ ਕੀਤਾ ਜੀ, ਕਿ ਮੇਰੇ ਨਾਲ ਇਹ ਹੋਇਆ, ਮੈਨੂੰ ਨਹੀਂ ਲੱਗਦਾ ਇਹ ਠੀਕ ਹੋਇਆ। ਰਿਜ਼ਲਟ ਕੀ ਹੈ ਨਹੀਂ ਮਤਲਬ, ਲੇਕਿਨ ਫਿਰ ਉਹਨਾਂ ਦਾ ਹੌਸਲਾ ਦੇਖੋ, ਰਿਜੈਕਟ ਹੁੰਦੇ ਜੀ, ਅਖਬਾਰ 'ਚ ਚਿੱਠੀ ਲਿਖ ਦਿੰਦੇ ਜੀ, ਸਾਲ 1.5 ਸਾਲ ਬਾਅਦ ਉਹ ਜਿਹੜੀ ਫੌਜ ਹੈ ਉਹ ਵਾਪਸ ਆਉਂਦੀ ਹੈ ਪਰਥ। ਜੀ, ਪਰਥ ਜਦੋਂ ਆਈ, ਵੈਸਟਰਨ ਆਸਟ੍ਰੇਲੀਆ ਆਈ, ਪਰਥ 'ਚ ਇੱਕ ਪਬਲਿਕ ਰਿਸੈਪਸ਼ਨ ਉਹਨਾਂ ਦਾ ਹੋਇਆ। ਜੀ, ਸਾਰੀ ਫੌਜ ਜਿਹੜੀ ਰੈਜੀਮੈਂਟ ਪਰੇਡ ਕਰ ਰਹੀ ਹੈ ਸਿਟੀ 'ਚ, ਸਿਟੀ 'ਚ ਸਾਰੇ ਲੋਕ ਉਹਨਾਂ ਨੂੰ ਫੁੱਲਾਂ ਦੀ ਵਰਖਾ, ਉਹਨਾਂ ਦੇ ਟਾਊਨ ਹਾਲ, ਉਹ ਸਟਰੀਟ ਸਾਰੇ ਖੜੇ ਨੇ
ਜਿਸ ਤਰ੍ਹਾਂ ਆਪਾਂ ਹੁਣ ਐਨਜ਼ੈਕ ਡੇ ਕਰ ਰਹੇ ਹਾਂ, ਜੀ ਜੀ ਕਰਦੇ ਹੀ ਆ ਇੱਥੇ ਅਮਰੀਕਾ ਕੈਨੇਡਾ 'ਚ ਵੀ ਇਸ ਤਰ੍ਹਾਂ ਕੁਛ ਨਾ ਕੁਛ ਹੁੰਦਾ ਹੋਏਗਾ। ਜੀ ਜੀ ਉਹ ਖਬਰ ਜਿਹੜੀ ਹੈ, ਕਈ ਖਬਰਾਂ ਨੇ ਉਹ 'ਚ ਖਾਸ ਕਰ ਹਰ ਥਾਂ ਤੇ ਇਹ ਮੈਂਸ਼ਨਡ ਹੈ ਕਿ ਜਦੋਂ ਆਏ ਉਹਨਾਂ ਦਾ ਜਿਹੜਾ ਗਰੁੱਪ ਸਿਵਿਲੀਅਨਸ ਦਾ ਅੱਗੇ ਚੱਲ ਰਿਹਾ ਸੀ, ਲੀਡ ਕਰ ਰਿਹਾ ਸੀ ਬੈਂਡ ਦੇ ਨਾਲ, ਉਹ 'ਚ ਬਿਸ਼ਨ ਸਿੰਘ ਹੋਰੀ ਆਪਣੀ ਪੂਰੇ ਡਰੈਸ 'ਚ ਸਾਰੇ ਮੈਡਲ ਲਾ ਕੇ ਜੀ ਇੰਗਲੈਂਡ ਦਾ ਫਲੈਗ, ਉਦੋਂ ਆਸਟ੍ਰੇਲੀਆ ਲਈ ਕੰਟਰੀ ਨਹੀਂ ਬਣਿਆ ਸੀ, ਯੂਨੀਅਨ ਜੈਕ ਕਹਿੰਦੇ ਸੀ, ਉਹ ਯੂਨੀਅਨ ਜੈਕ ਲੈ ਕੇ ਚੱਲ ਰਹੇ ਨੇ, ਉਹਨਾਂ ਦਾ ਨਾਮ ਮੈਂਸ਼ਨਡ ਹੈ। ਫਿਰ ਗੱਲ ਕਰਾਂਗੇ, ਰਿਕਰੂਟਮੈਂਟ 'ਚ ਗਏ ਨਹੀਂ ਹੋਏ, ਗ੍ਰੀਵੈਂਸ ਕੀਤਾ, ਲੇਕਿਨ ਜਦੋਂ ਟਰੂਪਸ ਆਰਡਰ ਆਈ ਫਿਰ ਉਹਨਾਂ ਨੂੰ ਵੈਲਕਮ ਕਰਨ ਵਾਸਤੇ ਮੀਨਸ ਉਹਨਾਂ ਦਾ ਬਣਦਾ ਮਾਨ ਸਨਮਾਨ ਉਹਨਾਂ ਨੂੰ ਵਾਪਸ ਦਿੱਤਾ ਗਿਆ ਜਦੋਂ ਉਹ ਵਾਪਸ ਆਏ। ਤੇ ਤੁਸੀਂ ਕਹਿ ਰਹੇ ਉਹਨਾਂ ਦਾ ਨਾਮ ਵੀ ਮੈਂਸ਼ਨ ਕੀਤਾ, ਅਖਬਾਰ 'ਚ ਕੀਤੀ, ਫਲੈਗ ਲੈ ਕੇ ਇਹ ਅੱਗੇ ਚੱਲ ਰਹੇ ਹਨ। ਉੱਤੇ ਲਿਖਿਆ ਹੈ ਫੈਮਿਲੀਅਰ ਐਂਡ ਪਪੂਲਰ ਫਿਗਰ, ਜੀ ਮਤਲਬ ਸਾਰੇ ਜਾਣਦੇ ਸੀ ਕਿ ਇਹ ਕੌਣ ਹੈ। ਅੱਛਾ ਮੀਨਸ ਬਿਸ਼ਨ ਸਿੰਘ ਵਾਸ ਵੈਲ ਨੋਨ ਫਿਗਰ ਇਨ ਪਰਥ। ਜੀ ਸੋ ਇਹ ਉਹ ਰਿਸੈਪਸ਼ਨ 'ਚ ਚੱਲ ਰਿਹਾ, ਔਰ ਇਹ ਰਿਸੈਪਸ਼ਨ ਪਰਥ ਟਾਊਨ ਹਾਲ 'ਚ ਹੈ। ਅੱਛਾ ਹੁਣ ਟਾਊਨ ਹਾਲ ਦੇ ਬਾਹਰ ਇਹ ਜਿਹੜੀ ਮੇਨ ਸੜਕਾਂ ਨੇ, ਜੀ, ਇੱਥੇ ਇਹ ਸੋਸ਼ਲੀ ਐਕਟਿਵ ਸੀਗੇ ਜੀ ਜੀ ਔਰ ਆਪਣਾ ਜਿਹੜਾ ਜੌਬ ਵੀ ਕਰ ਰਹੇ ਨਾਈਟ ਵਾਚਮੈਨ ਦਾ, ਲੇਕਿਨ ਇਸ ਤਰ੍ਹਾਂ ਕੋਈ ਸੋਸ਼ਲ ਇਸ਼ੂ ਹੈ ਉਹ ਵੀ ਹੈਂਡਲ ਕਰ ਰਹੇ ਨੇ। ਜੀ 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 ਕਿਉਂਕਿ ਉਸ ਟਾਈਮ ਸਿਟੀ ਸੈਂਟਰ ਹੁੰਦਾ ਸੀ, ਹਾਂਜੀ, ਜਿੱਥੇ ਮੇਰੇ ਖਿਆਲ ਨਾਲ ਪੂਰੇ ਵੈਸਟਰਨ ਆਸਟ੍ਰੇਲੀਆ ਦਾ ਉਹ ਸੈਂਟਰ ਪੁਆਇੰਟ ਸੀ, ਜਿੱਥੇ ਕੋਈ ਵੀ ਬੜੀ ਇਵੈਂਟ ਹੋਣੀ ਹੈ ਤਾਂ ਸਾਰਿਆਂ ਨੇ ਉੱਥੇ ਪਹੁੰਚਣਾ। ਪਰਥ ਟਾਊਨ ਹਾਲ ਅੱਜ ਵੀ ਹੈਗਾ ਜੀ ਜੀ ਉਹ ਪਰਥ ਟਾਊਨ ਹਾਲ ਦੀ ਪਰ ਫੋਟੋ, ਉਸ ਸਮੇਂ ਆਈ ਥਿੰਕ ਉਸ ਸਮੇਂ ਸਿਟੀ ਸੈਂਟਰ ਦੀ ਇੰਪੋਰਟੈਂਟ ਅੱਜ ਨਾਲੋਂ ਬਹੁਤ ਜ਼ਿਆਦਾ ਸੀ। ਜ਼ਿਆਦਾ ਸਹੀ ਗੱਲ ਹੈ ਤੁਹਾਡੀ, ਬਿਲਕੁਲ। ਤੇ ਦੋਸਤੋ ਅੱਜ ਤੋਂ ਜਿਵੇਂ 130 ਸਾਲ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਨਾਮ ਬਣਨਾ ਕਮਿਊਨਿਟੀ ਦੇ ਵਿੱਚ ਜਾਣਾ, ਅਖਬਾਰਾਂ ਦੇ ਵਿੱਚ ਤੁਹਾਡੇ ਆਰਟੀਕਲ ਛਪਣੇ ਤੇ ਅਖਬਾਰਾਂ ਵੱਲੋਂ ਇਹ ਲਿਖਿਆ ਜਾਣਾ ਵੀ ਇਹ ਵੈਲ ਨੋਨ ਫਿਗਰ ਨੇ, ਇਹ ਉਸ ਟਾਈਮ ਬਹੁਤ ਮੁਸ਼ਕਿਲ ਸੀਗਾ। ਤੇ ਸਾਰੀ ਕਮਿਊਨਿਟੀ ਆਪਾਂ ਜਿਹੜੇ ਅੱਜ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਸ ਟਾਈਮ ਸਾਡੇ ਬਜ਼ੁਰਗਾਂ ਨੇ ਕੀ ਸੈਕਰੀਫਾਈਸ ਕੀਤੇ ਆ, ਕਿਹੜੀਆਂ ਮੁਸ਼ਕਿਲਾਂ ਚੋਂ ਲੰਘ ਕੇ ਅਸੀਂ ਇੱਥੇ ਤੱਕ ਪਹੁੰਚੇ ਆ। ਜੇ ਅੱਜ ਸਾਡਾ ਕੋਈ ਭਰਾ ਮਾਈਨਿੰਗ ਚੋਂ ਜਾਂ ਟਰੱਕ ਚਲਾਉਂਦਾ ਜਾਂ ਮਾਈਨਿੰਗ ਚੋਂ ਟਰੱਕ ਵਾਪਸ ਲੈ ਕੇ ਆਉਂਦਾ ਤਾਂ ਉਹਨੂੰ ਇਹ ਚੀਜ਼ ਜ਼ਰੂਰ ਪਤਾ ਹੋਣੀ ਚਾਹੀਦੀ ਆ ਵੀ 130 ਸਾਲ ਪਹਿਲਾਂ ਇਹ ਰਾਈਟ ਅਸੀਂ ਲੜ ਕੇ ਲਏ ਨੇ ਆਸਟ੍ਰੇਲੀਆ ਦੇ ਵਿੱਚ। ਇਹ ਚੀਜ਼ ਹਰੇਕ ਬੰਦੇ ਨੂੰ ਪਤਾ ਹੋਣੀ ਚਾਹੀਦੀ ਆ। ਮੀਨਸ ਕੁੰਡਾ ਖੁੱਲਾ ਏ, ਦਰਵਾਜ਼ਾ ਖੁੱਲਾ ਏ, ਖੋਲਿਆ ਕਿਨੇ ਹੈ? ਆਪਣੇ ਬੰਦਿਆਂ ਲਈ। ਜੀ ਜੀ ਹੁਣ ਇਸ 'ਚ ਆਪਾਂ ਗੱਲ ਕੀਤੀ 1898 ਦੀ ਚਿੱਠੀ ਵਾਸਤੇ ਜਿਹੜੀ ਮਾਈਨਿੰਗ ਰਾਈਟਸ ਦੀ ਸੀ। ਜੀ ਜੀ ਫਿਰ ਉਹਨਾਂ ਦੀ ਰਿਕਰੂਟਮੈਂਟ ਨਹੀਂ ਹੋਈ ਆਸਟ੍ਰੇਲੀਅਨ ਆਰਮੀ ਵਾਸਤੇ, ਫਿਰ ਆਏ ਰਿਸੈਪਸ਼ਨ ਹੁੰਦਾ। ਹੁਣ ਉਸ ਤੋਂ ਨਾਲ ਹੋਰ ਕਿਸ ਤਰ੍ਹਾਂ ਐਕਟਿਵ ਨੇ ਬਿਸ਼ਨ ਸਿੰਘ, ਇਹ ਵੀ ਬਹੁਤ ਇੱਕ ਡਿਫਰੈਂਟ ਐਂਗਲ ਤੋਂ ਆ ਰਿਹਾ ਹੈ ਕਿ ਕਿਸ ਤਰ੍ਹਾਂ ਸਾਨੂੰ ਅਗਰ ਕਿਹਾ ਜਾਂਦਾ ਕਿ ਸਿੱਖ ਵਿਲੱਖਣ ਹੈ, ਯੂਨੀਕ ਨੇ, ਇੱਥੇ ਵੈਸਟਰਨ ਆਸਟ੍ਰੇਲੀਆ 'ਚ ਸਿੱਖ ਫੰਡ ਰੇਜ਼ਿੰਗ ਕਰ ਰਹੇ ਨੇ। ਜੀ ਅਕਾਲ ਇੰਡੀਆ ਪਿਆ ਹੋਇਆ, ਹੁਣ ਆਪਣਾ ਧਿਆਨ ਲੈ ਕੇ ਜਾਣਾ ਹੈ 1900 ਇੰਡੀਆ 'ਚ, ਉਹਨੂੰ ਯਾਦ ਕਰਕੇ ਕੀ ਪੋਲੀਟੀਕਲ ਸਿਸਟਮ ਸੀ, ਗੋਰਿਆਂ ਦਾ ਰਾਜ ਸੀ, ਇੰਡੀਆ ਕਿੱਡਾ ਵੱਡਾ ਸੀ, ਕੋਈ ਪਾਕਿਸਤਾਨ ਬੰਗਲਾਦੇਸ਼ ਨਹੀਂ ਸੀ, ਉੱਥੇ ਅਕਾਲ ਪਿਆ ਹੈ ਇੰਡੀਆ 'ਚ, ਪੰਜਾਬ 'ਚ ਨਹੀਂ ਪਿਆ ਸੀ। ਔਰ ਇਹ ਸਿੱਖ ਪਰਥ 'ਚ ਨੇ, ਇਹ ਅਪੀਲ ਕਰ ਰਹੇ ਨੇ ਇੱਥੋਂ ਦੇ ਲੋਕਾਂ ਨੂੰ ਕਿ ਇੰਡੀਆ ਦੀ ਅਕਾਲ ਵਾਸਤੇ ਹੈਲਪ ਕਰੀਏ। ਔਰ ਇੱਥੋਂ ਦੇ ਅਖਬਾਰ 'ਚ ਗੁਰਮੁਖੀ 'ਚ 14 ਅਪ੍ਰੈਲ ਵਿਸਾਖੀ ਵਾਲੇ ਦਿਨ 1900 'ਚ ਚਿੱਠੀ ਲਿਖੀ ਗਈ ਕਿ ਸਾਰੇ ਜਣੇ ਫੰਡ ਰੇਜ਼ਿੰਗ ਕਰੋ, ਅਪੀਲ ਕਰੋ। ਉਹ ਫੰਡ ਰੇਜ਼ਿੰਗ 'ਚ ਜਿਹੜੇ ਪਰਥ ਦੇ ਲੋਕਾਂ ਦੇ ਨਾਂ ਆ ਰਹੇ ਨੇ, ਸੋਜਨ ਸਿੰਘ ਹੈਗੇ ਹੈ, ਇੱਕ ਦਮਨ ਸਿੰਘ ਹੈਗੇ ਹੈ, ਲਹਿਣਾ ਸਿੰਘ ਹੈਗੇ ਹੈ, ਹਰਮਨ ਸਿੰਘ ਹੈਗੇ ਹੈ, ਇਹਨਾਂ ਦੇ ਨਾਂ ਇਕੱਠੇ ਹੋ ਰਹੇ, ਲੇਕਿਨ ਇਹ ਇਕੱਠੇ ਕਰਨ ਦੇ ਗਰੁੱਪ ਦੇ ਲੀਡਰ ਫਿਰ ਬਿਸ਼ਨ ਸਿੰਘ ਹੈ। ਜੀ ਜੀ ਹੁਣ ਉਧਰ ਧੱਕਾ ਹੁੰਦਾ, ਮਾਈਨਿੰਗ ਰਾਈਟਸ ਨਹੀਂ ਹੈ, ਆਰਮੀ 'ਚ ਨਹੀਂ ਹੋਈ ਇਹ, ਲੇਕਿਨ ਜਦੋਂ ਆਈ ਇਹ ਫਿਰ ਸਭ ਤੋਂ ਅੱਗੇ। ਸੋ ਦਿਸ ਇਜ਼ ਆਵਰ ਸਪਿਰਿਟ, ਹਾਊ ਵੀ ਆਰ ਡਿਫਰੈਂਟ, ਨੈਵਰ ਸੇ ਡਾਈ, ਜਿਹਨੂੰ ਕਹਿੰਦੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਆਹ ਪ੍ਰੋਬਲਮ ਇਜ਼ ਫੋਰਗੇਟ, ਮੂਵ ਔਨ। ਜੀ ਜੀ ਇਹ ਗੱਲ ਇਹਨਾਂ ਨੇ ਫਿਰ 1900 'ਚ ਇੰਡੀਆ 'ਚ ਕਾਲ ਪੈ ਰਿਹਾ, ਉਹਦੇ ਲਈ ਇੱਥੇ ਫੰਡ ਰੇਜ਼ਿੰਗ ਕਰ ਰਹੇ ਜੀ ਔਰ ਬਿਸ਼ਨ ਸਿੰਘ ਫਿਰ ਹਾਈਲੀ ਐਕਟਿਵ ਨੇ। ਜੀ ਜੀ ਸੋ ਇਹ ਇੱਕ ਲੀਡਰਸ਼ਿਪ ਕੁਆਲਿਟੀ ਵੀ ਸ਼ੋ ਹੁੰਦੀ ਹੈ ਇੱਥੇ। ਖਾਸ ਕਰਕੇ ਜਿੱਦਾਂ ਅੱਜ ਦੇ এনवायरमेंट 'ਚ ਹਿੰਦੂ ਸਿੱਖ ਮੁਸਲਿਮ ਹੋਈ ਪਈ ਹੈ ਸਾਰੇ ਪਾਸੇ, ਉਸ ਜ਼ਮਾਨੇ 'ਚ ਇਹ ਬੰਦੇ ਸਭ ਨੂੰ ਬਰਾਬਰ ਕਰ ਰਹੇ ਨੇ, ਸਭ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਨੋ ਮੈਟਰ ਉਹ ਕਿੱਥੇ ਦਾ, ਕਿਹੜੀ ਨੈਸ਼ਨੈਲਿਟੀ ਹੈ ਤੇ ਕਿਹੜਾ ਧਰਮ ਹੈ ਉਹਨਾਂ ਦਾ। ਹਾਂਜੀ, ਜੀ ਹੁਣ ਤੁਹਾਡੀ ਗੱਲ ਤੋਂ ਮੈਨੂੰ ਚੇਤਾ ਰਿਹਾ ਕਿ
ਸਾਨੂੰ ਸਿੱਖਾਂ ਨੂੰ ਠੀਕ ਹੈ ਇਮੋਸ਼ਨਲੀ ਗੁੱਸਾ ਆ ਜਾਂਦਾ, ਬਟ ਸਾਨੂੰ ਇਸ ਪਾਸੇ ਜਿੰਨਾ ਹੋ ਸਕੇ ਆਪਣੀ ਜਿਸ ਫਿਲਾਸਫੀ ਦੀ ਅਸੀਂ ਧਾਰਨੀ ਆ ਸਾਨੂੰ ਇੱਧਰ ਨਹੀਂ ਤੁਰਨਾ ਜੀ ਲੇਕਿਨ ਇਹ ਜਿਹੜੀ ਅਪੀਲ ਸੀਗੀ 1900 'ਚ ਜੀ ਇੰਡੀਆ 'ਚ ਸਿੱਖਾਂ ਦਾ ਰਾਜ ਲਾਹੌਰ ਜੀ। ਉਸ ਪਾਸੇ ਜੀ। ਅੰਮ੍ਰਿਤਸਰ ਅਕਾਲ ਪੈ ਰਿਹਾ 2-3 ਹਜ਼ਾਰ ਕਿਲੋਮੀਟਰ ਦੂਰ ਜੀ। ਸਾਊਥ ਈਸਟ ਇੰਡੀਆ ਜੀ ਨਾਲ ਇਹ ਅਪੀਲ ਚਾਈਨੀਜ਼ 'ਚ ਵੀ ਛਪੀ ਸੀ ਜੀ। ਔਰ ਜੈਪਨੀਜ਼ ਲੈਂਗੁਏਜ 'ਚ ਵੀ ਛਪੀ ਸੀ ਔਰ ਉਰਦੂ 'ਚ ਵੀ ਛਪੀ ਸੀ। ਜੀ ਸੋ ਇਹ ਆਪ ਹੀ ਨਹੀਂ ਇਹ 80-90% ਕੰਟਰੀਬਿਊਟ ਕਰਨ ਵਾਲੇ ਨਾਨ ਸਿੱਖ ਜਾਂ ਨਾਨ ਇੰਡੀਅਨ ਸੀਗੇ ਜੀ ਲੇਕਿਨ ਇੰਡੀਅਨ ਲੀਡਰਸ਼ਿਪ ਜਾਂ ਸਿੱਖ ਲੀਡਰਸ਼ਿਪ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਇਹ ਚਿੱਠੀ 1900 ਦੀ। ਅਗੇਨ ਫਿਰ ਮੈਂ ਕਹਿ ਰਿਹਾ ਕਿ ਸੁਰਤ ਉੱਧਰ ਲੈ ਕੇ ਜਾਓ ਕਿ 1900 'ਚ ਸੋਸ਼ਲ ਪੋਲੀਟੀਕਲ ਸਿਸਟਮ ਕੀ ਸੀ ਇੰਡੀਆ 'ਚ ਜੀ। ਔਰ ਇਹ ਸਾਰੇ ਵਿਦਆਊਟ ਫੈਮਿਲੀ ਨੇ ਔਰ ਉਦੋਂ 60 80 100 ਇੰਨੇ ਕੀ ਸਿੱਖ ਸੀਗੇ ਮੇਰੇ ਰਿਸਰਚ ਦੇ ਅਕੋਰਡਿੰਗਲੀ ਵੈਸਟਰਨ ਆਸਟ੍ਰੇਲੀਆ 'ਚ ਕੋਈ ਫੈਮਿਲੀ ਜੀ, ਨਹੀਂ ਜੀ। ਲੇਕਿਨ ਆਪਣੇ ਕੰਮਕਾਰ ਆਪਣੇ ਜੋ ਵੀ ਇਹਨਾਂ ਨਾਲ ਹੋ ਰਿਹਾ ਹੈ ਇਨਜਸਟਿਸ ਕਹਿ ਲਓ ਜਾਂ ਜੋ ਵੀ ਇਹਨਾਂ ਦੀ ਗ੍ਰੀਵੈਂਸ ਹੈ ਪ੍ਰੋਬਲਮਸ ਨੇ ਸੋਸ਼ਲ ਲਾਈਫ ਜਾਂ ਬਿਜ਼ਨਸ ਇਹ ਉਹ 'ਚ ਵੀ ਅੱਗੇ ਨੇ। ਅੱਜ ਹੋਇਆ ਖਤਮ ਲੇਕਿਨ ਕੱਲ ਇਹ ਕੰਮ ਕਰਨਾ ਤੇ ਇਹ ਕਰਨਾ ਜੀ। ਹੈ ਉਸ ਪਾਸੇ ਫਿਰ ਇਹ ਪੂਰੀ ਜੋਸ਼ ਖਰੋਸ਼ ਨਾਲ ਲੱਗੇ ਹੋਏ ਨੇ। ਤੇ ਖਾਸ ਕਰਕੇ ਅੱਜ ਆਪਣੇ ਲਈ ਚਾਈਨੀਜ਼ ਤੇ ਜੈਪਨੀਜ਼ ਨਾਲ ਕਮਿਊਨੀਕੇਟ ਕਰਨਾ ਕਈ ਵਾਰ ਔਖਾ ਹੁੰਦਾ ਹੈ ਕਿਉਂਕਿ ਉਹ ਇੰਗਲਿਸ਼ 'ਚ ਉਨੇ ਨਹੀਂ ਹੁੰਦੇ, ਉਹ ਆਪਣੀ ਲੈਂਗੁਏਜ 'ਚ ਜ਼ਿਆਦਾ ਕਮਿਊਨੀਕੇਟ ਕਰਕੇ ਖੁਸ਼ ਹੈ। ਪਰ ਉਸ ਜ਼ਮਾਨੇ 'ਚ ਤਾਂ ਉਹਨਾਂ ਨਾਲ ਕਮਿਊਨੀਕੇਟ ਕਰਨਾ ਹੋਰ ਵੀ ਬੜਾ ਦਿੱਕਤ ਵਾਲਾ ਕੰਮ ਹੋਏਗਾ, ਪਰ ਉਸ ਟਾਈਮ 'ਚ ਵੀ ਉਹਨਾਂ ਨਾਲ ਉਹ ਰਾਬਤਾ ਬਣਾ ਰਹੇ ਹੈ ਸਾਰਿਆਂ ਨਾਲ। ਇਹਦਾ ਮਤਲਬ ਚਾਈਨੀਜ਼ ਜੈਪਨੀਜ਼ ਇਹਨਾਂ ਦੇ ਨਾਲ ਆਏ ਜੀ ਅਗੇਨ ਇੱਥੇ ਹੋਰ ਕੋਈ ਇੰਡੀਅਨ ਨਹੀਂ ਹੈ ਟੋਟਲ ਇੰਡੀਅਨ ਮੀਨਸ ਸਿੱਖ। ਜੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਿੱਖਾਂ ਨਹੀਂ ਕੀਤਾ ਔਰ ਚਾਈਨੀਜ਼ ਔਰ ਜੈਪਨੀਜ਼ ਨੂੰ ਨਾਲ ਲੈ ਕੇ ਚੱਲ ਰਹੇ। ਜੀ ਜੀ ਅੱਜ ਸਾਨੂੰ ਵੀ ਦੇਖਣਾ ਪਏਗਾ ਕਿ ਸਾਨੂੰ ਆਪਣਾ ਥਿੰਕਿੰਗ ਦਾ ਲੈਵਲ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਪਏਗਾ। ਜੀ ਪਹੁੰਚੇ ਹੋਏ ਆ ਲੇਕਿਨ ਸੋਸ਼ਲ ਕੰਮਾਂ 'ਚ ਜੀ ਇਹ 'ਚ ਵੀ ਸਾਨੂੰ ਇਸ ਤਰ੍ਹਾਂ ਖੁੱਲੀ ਓਪਨ ਲਿਬਰਲ ਮਾਈਂਡਡ ਸੋਚ ਰੱਖਣੀ ਹੋਏਗੀ। ਜੀ ਤਾਂ ਇਹ 150 ਸਾਲ ਪਹਿਲੇ 130 ਸਾਲ ਪਹਿਲੇ ਪ੍ਰੂਵ ਹੋ ਚੁੱਕਾ ਹੈ। ਸਾਨੂੰ ਕਿਸੇ ਹੋਰ ਕੋਲੋਂ ਥਰਡ ਪਰਸਨ ਕੋਲੋਂ ਇਨਸਪੀਰੇਸ਼ਨ ਨਹੀਂ ਲੈਣੀ, ਸਹੀ ਗੱਲ। ਸਿਰਫ ਆਪਣੀ ਹਿਸਟਰੀ 'ਚੋਂ ਜੀ ਇਹੋ ਜਿਹੇ ਐਵੀਡੈਂਸ ਇਹੋ ਜਿਹੇ ਫੈਕਟਸ ਲੈ ਕੇ ਅੱਗੇ ਤੁਰਨਾ ਹੈ। ਸਹੀ ਹੈ। ਤੇ ਭਾਈ ਜਿਵੇਂ ਆਪਾਂ ਬਿਸ਼ਨ ਸਿੰਘ ਉਹਨਾਂ ਬਾਰੇ ਗੱਲ ਕਰ ਰਹੇ ਸੀਗੇ, ਜਿਵੇਂ ਤੁਸੀਂ ਕਿਹਾ ਵੀ ਐਕਸ ਆਰਮੀ ਮੈਨ ਸੀਗੇ, ਉੱਚੇ ਲੰਬੇ ਸੀਗੇ, ਜਵਾਨ ਸੀਗੇ ਤੇ ਕਈ ਵਾਰ ਉਹਨਾਂ ਦੀ ਇਨਵੋਲਵਮੈਂਟ ਸੀਗੀ ਲੜਾਈਆਂ ਦੇ ਵਿੱਚ, ਕੁਛ ਕੁ ਜਿਹੜੇ ਇਹਨਾਂ ਦੇ ਵਿੱਚ ਹੋਇਆ। ਤੇ ਉਹ ਪਹਿਲੀ ਲੜਾਈ ਜਾਂ ਉਹ ਪਹਿਲੀ ਇਨਵੋਲਵਮੈਂਟ ਵੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਪਹਿਲੀ ਵਾਰ ਕਦੋਂ ਲੜੇ ਸੀ? ਕੋਈ ਇਹੋ ਜਿਹਾ ਕੋਈ ਗੱਲਬਾਤ ਛੜਾਓ। ਇੱਕ ਵਾਰ ਇੱਕ ਅਗੇ ਨਿਊਜ਼ ਆਰਟੀਕਲ 'ਚ ਆਤਾ ਹੈ ਕਿ ਇੱਕ ਕਿਸੇ ਬੰਦੇ ਅਹਿਮਦ ਖਾਨ ਸੀਗਾ ਜੀ ਉਹਨਾਂ ਦਾ ਮਨੀ ਆਰਡਰ ਸੀਗਾ ਜੀ ਉਹ ਮਨੀ ਆਰਡਰ ਦੇ ਕੁਝ ਇਸ਼ੂ ਹੋ ਗਏ ਠੀਕ ਹੈ। ਤੇ ਉਹਨਾਂ ਨੇ ਬਲੇਮ ਕੀਤਾ ਕਿ ਇਹ ਬਿਸ਼ਨ ਸਿੰਘ ਨੇ ਲੈ ਲਏ ਪੈਸੇ। ਬਿਸ਼ਨ ਸਿੰਘ ਨੇ ਕਿਹਾ ਨਹੀਂ ਲਏ। ਕੱਲ ਕੋਰਟ 'ਚ ਗਈ, ਕੋਰਟ 'ਚ ਨਹੀਂ ਪ੍ਰੂਵ ਹੋਇਆ ਕਿ ਠੀਕ ਹੈ। ਲੇਕਿਨ ਉਧਰ ਦੂਜੇ ਪਾਸੇ ਵੀ ਕੁਝ ਸੀਗੇ ਸਿੱਖ ਔਰ ਇੱਧਰ ਵੀ ਸੀਗੇ 2-3। ਠੀਕ ਹੈ। ਤਾਂ ਇਹ ਫਿਰ ਆਪਸ 'ਚ ਠਾਂ-ਠਾਂ ਹੋ ਗਏ ਅੱਛਾ ਜਿਸ 'ਚ ਥੋੜਾ ਡਾਂਗ ਸੋਟਾ ਵੀ ਚੱਲਿਆ। ਅੱਛਾ ਉੱਪਰ ਥੱਲੇ ਹੋ ਗਿਆ ਕੰਮ। ਹਾਂਜੀ ਫਿਰ ਉਹ ਕੋਰਟ 'ਚ ਗਏ ਜੀ। ਲੇਕਿਨ ਇਹੋ ਜਿਹੇ ਐਪੀਸੋਡ 2-4 ਮਿਲਦੇ ਨੇ। ਅੱਛਾ ਲੇਕਿਨ ਜਦੋਂ ਬਿਸ਼ਨ ਸਿੰਘ ਜਿਹ 'ਚ ਇਨਵੋਲਵ ਸੀ ਇਹ ਕੋਰਟ 'ਚ ਗਏ ਜਿੱਦਾਂ ਇੱਥੇ ਵੀ ਅੱਜ ਦੇਖਦੇ ਜਦੋਂ ਵੀ ਕੋਈ ਵੀ ਹੋਏ ਤੇ ਬੰਦਾ ਬੜਾ ਵੈਲ ਡਰੈਸ ਜਾਂਦਾ ਹੈ। ਜੀ, ਤੇ ਇਹਨਾਂ ਨੇ ਆਪਣਾ ਐਨ ਤਿਆਰ ਸ਼ਿਆਰ ਹੋ ਕੇ ਸਾਰੇ ਮੈਡਲ ਸ਼ੈਡਲ ਲਾ ਕੇ ਜਾਣਾ ਔਰ ਜੱਜ ਨੇ ਕਹਿਣਾ ਲੇਕਿਨ ਇਹ ਪਪੂਲਰ ਤੇ ਆਲਰੇਡੀ ਸੀਗੇ ਤੇ ਵੈਲ ਨੋਨ ਸੀਗੇ ਤਾਂ ਇਹਨਾਂ ਦੇ ਅਗੇਂਸਟ ਡਿਸੀਜਨ ਨਹੀਂ ਹੁੰਦੇ ਸੀ। ਇਹ ਥੋੜਾ ਜਿਹਾ ਇਹਨਾਂ ਦਾ ਰਿਹਾ ਕਿ ਨਹੀਂ ਇਹ ਨਹੀਂ ਕਰ ਸਕਦੇ। ਔਰ ਇੱਕ ਦੋ ਵਾਰ ਤੇ ਇਹਨਾਂ ਨੇ ਜਾਂ ਜਿਹੜੇ ਨਾਲ ਵੀ ਸੀਗੀ ਉਹ ਸ਼ਰਾਬ ਦੇ ਨਸ਼ੇ 'ਚ ਵੀ ਥੋੜਾ ਜਿਹਾ ਠਾਂ-ਠਾਂ ਹੋ ਗਏ। ਉਹ 'ਚ ਚੱਲੀਆਂ ਲੜਾਈਆਂ ਡਾਂਗਾ ਡੂੰਗਾ ਵੀ। ਸੋ ਉਹ ਵੀ ਥੋੜਾ ਜਿਹਾ ਇਹਨਾਂ ਦਾ ਇੱਕ ਇੰਟਰਸਟਿੰਗ ਕੈਰੈਕਟਰ ਸੀਗਾ ਜੀ। ਲੇਕਿਨ ਇਹ ਤਾਂ ਚਲੋ ਇਹਨਾਂ ਦਾ ਕੋਈ ਛੋਟੇ-ਮੋਟੇ ਇਨਸੀਡੈਂਟ ਹੈ। ਹੁਣ ਆਪਾਂ ਉਹਨਾਂ ਦੀ ਕਿੰਨੀ ਬੈਕਗ੍ਰਾਉਂਡ ਦੀ ਗੱਲ ਕਰ ਲਈ। ਜੀ 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 ਹੁਣ ਇੱਥੇ ਰੈਸਲਿੰਗ ਬੜੀ ਪਪੂਲਰ ਸੀ। ਠੀਕ ਹੈ। ਜਿੱਦਾਂ ਮੱਸਾ ਸਿੰਘ ਹੋਰੀ ਬੁੱਤਨ ਸਿੰਘ ਹੋਰੀ ਰੈਸਲਿੰਗ ਕਰਦੇ ਸੀ। ਜੀ ਜੀ ਉਦੋਂ ਇੱਕ ਰੈਸਲਰ ਸੀਗਾ ਗੰਗਾ ਬ੍ਰਹਮ ਜੀ ਉਹਨਾਂ ਦਾ ਨਾਂ ਸੀ। ਠੀਕ ਹੈ। ਉਹ ਵੀ ਕਾਫੀ ਪਪੂਲਰ ਸੀ। ਠੀਕ ਹੈ। ਇਹ ਰੈਸਲਿੰਗ 'ਚ ਉਹਨਾਂ ਦੇ ਜਿਹੜੇ ਐਜ਼ ਅ ਮੈਨੇਜਰ ਕਹਿ ਲਓ ਜਾਂ ਉਹਦੇ ਕੀ ਟਰਮ ਹੋਏਗਾ ਮੈਨੂੰ ਨਹੀਂ ਪਤਾ ਰਿਪਰੈਜ਼ੈਂਟੇਟਿਵ ਕਹਿ ਲਓ। ਇਹ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੋ ਕੇ ਪੈਸੇ ਇਕੱਠੇ ਕਰਕੇ ਜਿਹੜਾ ਉਹ 'ਚ ਇਨਾਮ ਚੱਲਦਾ ਸੀਗਾ ਜਿਹੜਾ ਕਿ ਯਾਰ ਲੋਟਰੀ ਵੇਸਟ ਔਰ ਟੈਬ ਇੱਥੇ ਕਰਦੇ ਕਿ ਇਹ 'ਚ ਇੰਨਾ ਪੈਸਾ ਲਗਾਓ ਜਿਹੜੀ ਫੁੱਟੀ ਦੀ ਗੇਮਸ ਹੁੰਦੇ। ਇਹ ਬਿਸ਼ਨ ਸਿੰਘ ਗੰਗਾ ਬ੍ਰਹਮ ਰੈਸਲਰ ਦੇ
ਇਹ ਕੰਮ ਵੀ ਕਰਦੇ ਸੀ ਤੇ ਮਤਲਬ ਇੰਨੇ ਜ਼ਿਆਦਾ ਐਕਟਿਵ ਸੀਗੇ ਜੀ, ਕਿ ਕਿੱਥੇ ਇਹਨਾਂ ਨੇ ਆਪਣੇ ਆਪ ਨੂੰ ਬਿਜ਼ੀ ਰੱਖਿਆ ਹੋਇਆ ਸੀਗਾ। ਠੀਕ ਹੈ। ਆਰਮੀ 'ਚ ਵੀ ਜਾਣ ਨੂੰ ਤਿਆਰ, ਆਪਣੀ ਨਾਈਟ ਵਾਚਮੈਨ ਦੀ ਡਿਊਟੀ ਕਰ ਰਹੇ ਆ, ਕੁਝ ਹੋਰ ਇਸ਼ੂ ਹੋ ਗਿਆ ਤੇ ਆਪਣੀ ਕਮਿਊਨਿਟੀ ਨਾਲ ਹੁਣ ਉੱਥੇ ਨੱਥਾ ਸਿੰਘ ਵੀ ਆਉਂਦੇ ਆ, ਇੱਕ ਮੇਟਾ ਸਿੰਘ ਨਾਂ ਆਉਂਦਾ ਹੈ, ਮਹਿਤਾ ਸਿੰਘ ਹੋਣਾ ਹੈ, ਮੇਟਾ ਸਿੰਘ, ਸੰਪੂਰਨ ਸਿੰਘ, ਬੂਟ ਸਿੰਘ, ਹਰਮਨ ਸਿੰਘ, ਇਹ ਸਾਰੇ ਲਹਿਣਾ ਸਿੰਘ, ਇਹ ਸਾਰਿਆਂ ਦੇ ਨਾਲ ਹੈਗੇ ਨੇ। ਲੇਕਿਨ ਉੱਥੇ ਆ ਜਾਂਦਾ ਕਿ ਹੀ ਵਾਸ ਬਿਸ਼ਨਾਈਟ, ਮਤਲਬ ਜਿਹੜੇ ਬਿਸ਼ਨ ਦੇ ਗਰੁੱਪ ਦੇ ਸਿੱਖ ਸੀਗੇ ਇਹ ਉਧਰ ਸੀ ਔਰ ਇਹ ਦੂਜੇ ਵਾਲੇ ਪਾਸੇ ਸੀ। ਅੱਛਾ ਬਿਸ਼ਨਾਈਟ ਵੱਜਦਾ ਸੀ ਗਰੁੱਪ ਦਾ ਨਾਮ ਹੈ। ਹਾਂ, ਔਰ ਫਿਰ ਉੱਥੇ ਵੀ ਲਿਖਿਆ ਕਿ ਹਾਂ ਇਹ ਵਿਸਕੀ ਪੀ ਕੇ, ਸ਼ਰਾਬ ਪੀ ਕੇ ਥੋੜੇ ਜੇ ਉੱਥੇ ਪਬਸ ਵਗੈਰਾ ਬਾਰਸ ਹੁੰਦੇ ਹੋਣਗੇ, ਉੱਥੇ ਵੀ ਠਾਂ ਤਾਂ ਹੋ ਗਏ। ਇਹ ਫਿਰ ਮੇਰੇ ਖਿਆਲ ਨਾਲ ਇਹ ਉਹ ਟਾਈਮ ਸੀ ਜਦੋਂ ਸ਼ਰਤਾਂ ਲੱਗਦੀਆਂ ਸੀ, ਕਿਉਂਕਿ ਹੁਣ ਤਾਂ ਕਮਰਸ਼ੀਅਲਾਈਜ਼ ਹੋ ਗਿਆ ਨਾ ਸਾਰਾ, ਆਪਣੀ ਬੜੀਆਂ ਕੰਪਨੀਆਂ ਕੋਲ ਚਲੇ ਗਿਆ, ਲੀਗਲ ਹੋ ਗਿਆ। ਉਹ ਅਨਰੈਗੂਲੇਟਡ ਸ਼ਰਤਾਂ ਹੁੰਦੀਆਂ ਸੀ ਉਸ ਟਾਈਮ ਜ਼ਮਾਨੇ 'ਚ। ਆਈ ਡੋਂਟ ਨੋ ਅਨਰੈਗੂਲਰ, ਕਿਉਂਕਿ ਉਹ ਅਖਬਾਰ 'ਚ ਛਪਿਆ ਹੋਇਆ ਕਿ ਇਹਨਾਂ ਨੇ ਇੰਨੇ ਇਨਾਮ ਰੱਖਿਆ ਕਿ ਜਿਹੜਾ ਇਹਨੂੰ ਹਰਾ ਦੇਗਾ, ਤੇ ਇਹ ਜੋ ਵੀ ਉਹਨਾਂ ਦੀ ਹੈਗੀ ਹੈ ਸਿਸਟਮ ਉਹ 'ਚ ਐਕਟਿਵ ਸੀਗੇ। ਜੀ ਚਲੋ ਇਹ ਵੀ ਪਤਾ ਲੱਗ ਗਿਆ ਵੀ ਆਪਾਂ ਨੂੰ ਪੰਜਾਬੀਆਂ ਦੀ ਲੜਾਈ ਪਹਿਲੀ ਕਦੋਂ ਹੋਈ ਆਸਟ੍ਰੇਲੀਆ 'ਚ। ਹਾਂ, ਇਹ ਵੀ ਇੱਕ ਇਹੋ ਜਿਹੇ ਇੰਸੀਡੈਂਟਸ ਮੇਰੇ ਹਿਸਾਬ ਨਾਲ ਤਕਰੀਬਨ ਕਈ ਸਿਟੀਜ਼ ਹੋਏ, ਸਿਡਨੀ, ਮੈਲਬਰਨ, ਐਡੀਲੇਡ ਜੀ ਹੁੰਦੇ ਰਹਿੰਦੇ ਸੀਗੇ ਜੀ। ਪਰ ਭਾਜੀ ਇੱਕ ਇਹਦੇ 'ਚ ਸਿੰਸੀਅਰ ਗੱਲ ਵੀ ਹੈ ਇਹਦੇ 'ਚ ਵੀ ਉਸ ਟਾਈਮ 100 ਸਾਲ ਪਹਿਲਾਂ ਉਹਨਾਂ ਨੂੰ ਕਲਚਰ ਦੀ ਕਿੰਨੀ ਅੰਡਰਸਟੈਂਡਿੰਗ ਹੈ ਵੀ ਜਦੋਂ ਕੋਰਟ 'ਚ ਜਾਣਾ ਹੈ ਤਾਂ ਕਿੱਦਾਂ ਡਰੈਸ ਅਪ ਕਰਕੇ ਜਾਣਾ ਹੈ। ਕਿਉਂਕਿ ਮੈਂ ਆਪਣੀ ਐਗਜ਼ਾਮਪਲ ਦਵਾਂ, ਮੈਂ ਆਇਆ ਸੀ ਦੋ ਸਾਲ ਹੀ ਹੋਏ ਸੀ ਮੈਨੂੰ ਆਸਟ੍ਰੇਲੀਆ ਆਏ ਨੂੰ। ਮੈਨੂੰ ਕੋਈ ਐਡੀ ਖਾਸ ਅੰਡਰਸਟੈਂਡਿੰਗ ਨਹੀਂ ਸੀ, ਮੈਂ ਹੁੱਡੀ ਪਾ ਕੇ ਆਪਣਾ ਸੁਬਾਹ ਚਲੇ ਗਿਆ, ਮੈਨੂੰ ਐਸੀ ਵੀ 15 ਮਿੰਟ ਦਾ ਕੰਮ ਹੋਵੇਗਾ ਤੇ ਚਲੋ ਡਿਸੀਜਨ ਪਾਰਸ਼ੀਅਲ ਮੇਰੇ ਫੇਵਰ 'ਚ ਰਿਹਾ। ਪਰ ਮੈਨੂੰ ਇਹਦੀ ਕੋਈ ਅੰਡਰਸਟੈਂਡਿੰਗ ਨਹੀਂ ਸੀ ਵੀ ਡਰੈਸ ਅਪ ਜੱਜ ਦਾ ਮੂਡ ਚੇਂਜ ਕਰ ਸਕਦਾ ਹੈ। ਤੇ ਉਹ ਜਦੋਂ ਜਾਂਦੇ ਸੀ ਉਹ ਵੈਲ ਡਰੈਸ ਹੋ ਕੇ ਆਪਣੇ ਮੈਡਲ, ਡੈਕੋਰੇਟਡ ਮੈਡਲ ਜੋ ਉਹਨਾਂ ਨੂੰ ਮਿਲ ਰਹੇ ਸੀ ਉਹ ਲਗਾ ਕੇ ਪੂਰਾ ਜਿੱਦਾਂ ਕਲਚਰ 'ਚ ਰਿਪਰੈਜ਼ੈਂਟ ਕਰਦੇ ਨਾ ਉੱਦਾਂ ਜਾ ਰਹੇ ਸੀ। ਹਾਂਜੀ, ਤੇ ਇਹ ਕਿੰਨੀ ਵਧੀਆ ਉਹਨਾਂ 'ਚ ਕਲਚਰਲ ਅੰਡਰਸਟੈਂਡਿੰਗ ਸੀ ਉਸ ਟਾਈਮ ਦੇ ਹਿਸਾਬ ਨਾਲ। ਹਾਂਜੀ, ਮਤਲਬ ਉਹ ਇਹਦਾ ਮਤਲਬ ਹਰ ਲੀਗਲ ਜਾਂ ਆਫੀਸ਼ੀਅਲ ਸਿਸਟਮ ਜਾਂ ਜੋ ਵੀ ਸਿਸਟਮ ਸੀਗਾ ਉਹਨਾਂ ਦੀ ਪੂਰੀ ਨੌਲੇਜ ਸੀਗੀ ਔਰ ਪੂਰੇ ਉਹ 'ਚ ਇਨਵੋਲਵਡ ਸੀਗੇ ਡੂੰਘੇ। ਜੀ ਉਹਨਾਂ ਨੂੰ ਸਭ ਪਤਾ ਸੀ ਕੋਈ ਅਗਰ ਪ੍ਰੋਬਲਮ ਹੈ ਤਾਂ ਉਹਨੂੰ ਹੈਂਡਲ ਵੀ ਕਿਸ ਤਰ੍ਹਾਂ ਕਰਨਾ ਹੈ, ਕਿਸ ਤਰ੍ਹਾਂ ਆਪਣੇ ਆਪ ਨੂੰ ਉਹ 'ਚੋਂ ਕੱਢ ਕੇ ਲੈ ਜਾਣਾ। ਤੇ ਤਾਂ ਹੀ ਤੁਸੀਂ ਕਹਿ ਰਹੇ ਸੀ ਵੀ ਜੱਜ ਕਹਿ ਰਿਹਾ ਸੀ ਦੇਖ ਕੇ ਵੀ ਮੈਨੂੰ ਨਹੀਂ ਲੱਗਦਾ ਵੀ ਬਿਸ਼ਨ ਸਿੰਘ ਦੀ ਇਹਦੇ 'ਚ ਕੋਈ ਗਲਤੀ ਹੋਏਗੀ। ਇਹ 2-3 ਵਾਰ ਹੋਇਆ ਉਹਨਾਂ ਨਾਲ। ਹਾਂ, 2-3 ਐਸੇ ਕੇਸ ਆਉਂਦੇ ਆ, ਲੇਕਿਨ ਕੋਈ ਵੀ ਕੇਸ ਇਹਨਾਂ ਦੇ ਅਗੇਂਸਟ ਨਹੀਂ ਜਾ ਰਿਹਾ। ਸਭ ਡਿਸੀਜਨ ਤਕਰੀਬਨ ਇਹਨਾਂ ਦੇ ਫੇਵਰ 'ਚ ਹੋਏ। ਇੱਕ ਵਾਰ ਇਹ ਕਲੇਅਰਮਾਉਂਟ ਰਹਿੰਦੇ ਹੁੰਦੇ ਸੀ, ਇਹਨਾਂ ਦੇ ਘਰ ਚੋਰੀ ਹੋ ਗਈ ਸੀ। ਤੇ ਉੱਥੇ ਵੀ ਕੋਈ ਵਿਟਨੈਸ ਆਇਆ ਜਿਹਨੇ ਚੋਰ ਵੀ ਦੱਸਤਾ, ਤੇ ਇਹ ਫਿਰ ਲੈ ਕੇ ਉਹਨੂੰ ਕੋਰਟ 'ਚ ਵੀ ਗਏ, ਉਹਦੀ ਵੀ ਨਿਊਜ਼ ਆਰਟੀਕਲ ਹੈਗੀਆਂ। ਫਿਰ ਇੱਕ ਵਾਰ ਇੱਕ ਹੋਰ ਕਿਸੇ ਬਿਲਡਿੰਗ 'ਚ ਅੱਗ ਲੱਗ ਗਈ ਸੀ, ਇਹਨਾਂ ਨੇ ਉਹ 'ਚ ਵੀ ਜਾ ਕੇ ਫਟਾਫਟ ਪੁਲਿਸ ਨੂੰ ਬੁਲਾਉਣਾ ਜਾਂ ਫਾਇਰ ਬ੍ਰਿਗੇਡ ਨੂੰ, ਉਹ 'ਚ ਵੀ ਐਕਟਿਵਲੀ ਇਨਵੋਲਵ ਹੋਣਾ। ਅੱਛਾ ਜੀ, ਮਤਲਬ ਇਹ ਤਕਰੀਬਨ ਹਰ 4-6 ਮਹੀਨੇ ਇਹਨਾਂ ਦਾ ਇੱਕ ਨਿਊਜ਼ ਆਰਟੀਕਲ ਹੁੰਦਾ ਹੀ ਸੀ, ਬਹੁਤ ਸਾਰੇ ਛਪੇ ਹੋਏ ਨੇ ਤੇ ਕਾਫੀ ਜਿਹਨੂੰ ਕਹਿ ਲਓ ਪੋਪੂਲਰ ਫਿਗਰ ਵੀ ਸੀਗੇ ਕਿਉਂਕਿ ਐਕਟਿਵ ਸੀਗੇ। ਸਿੱਧੀ ਜੀ ਗੱਲ ਹੈ। ਹੁਣ ਲੜਾਈ ਹੋਈ ਹੈ ਅਫਰੀਕਾ 'ਚ, ਆਰਮੀ ਗਈ ਵਾਪਸ ਆਏ, ਉਹਦੇ 'ਚ ਹੋਣਾ ਮੀਨਸ ਇਹ ਸੋਸ਼ਲੀ ਕਾਫੀ ਐਕਟਿਵ ਸੀਗੇ ਔਰ ਦੂਜਿਆਂ ਨਾਲ ਆਪਣੀ ਵਿਦਿਨ ਕਮਿਊਨਿਟੀ 'ਚ ਵੀ, ਲੇਕਿਨ ਦੂਜਿਆਂ ਨਾਲ ਵੀ ਉਨਾ ਹੀ ਜ਼ਿਆਦਾ ਇਨਵੋਲਵਡ ਸੀਗੇ। ਤੇ ਭਾਈ ਇੱਕ ਤਾਂ ਆਪਾਂ ਚਲੋ ਬਿਸ਼ਨ ਸਿੰਘ ਉਹਨਾਂ ਦੀ ਗੱਲ ਕਰਦੇ ਆ ਵੀ ਉਹਨਾਂ ਦੀ ਉਹ ਸੌਰਟ ਆਊਟ ਕਰ ਲੈਂਦੇ ਹੁੰਦੇ ਸੀਗੇ, ਆਪਣੇ ਹਿਸਾਬ ਨਾਲ ਚੀਜ਼ਾਂ ਸੌਰਟ ਆਊਟ ਕਰ ਲੈਂਦੇ ਸੀ। ਪਰ ਉਸ ਟਾਈਮ ਤੁਸੀਂ ਕਿਹਾ 100 ਦੇ ਤਕਰੀਬਨ ਸਿੱਖ ਆਪਣੇ ਪੰਜਾਬੀ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸੀਗੇ। ਤੇ ਪੰਜਾਬੀ ਸਿਰਫ ਆਪਾਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, 100 ਬੰਦੇ ਇੱਥੇ ਮੈਲਬਰਨ, ਸਿਡਨੀ ਸਾਰੇ ਪਾਸੇ ਹੋਣਗੇ ਤੇ ਪੰਜਾਬੀ ਇੱਕ ਜਗ੍ਹਾ ਤੇ ਰਹਿੰਦੇ ਨੇ ਤੇ ਲੜਨ ਨਾ ਇਹ ਚੀਜ਼ ਤਾਂ ਹੋ ਨਹੀਂ ਸਕਦੀ। ਆਪਸ ਦੇ ਵਿੱਚ ਮਤਲਬ ਸਾਡਾ ਚੱਲਦਾ ਰਹਿੰਦਾ ਕਰਕੇ। ਤੇ ਕੋਈ ਕਿੱਸਾ ਸੁਣਾਓ ਕੋਈ ਏਦਾਂ ਦਾ, ਚਾਹੇ ਪਰਥ ਦਾ ਹੋਵੇ ਚਾਹੇ ਕਿਤੇ ਹੋਰ ਦਾ ਹੋਵੇ। ਇਹੋ ਜਿਹੇ ਮਤਲਬ ਗਰੁੱਪ 'ਚ ਲੜਾਈ ਹੋ ਜਾਣਾ। ਪਰਥ ਦਾ ਇੱਕ ਮੈਨੂੰ ਤੁਸੀਂ ਗੱਲ ਛੇੜੀ ਤੇ ਯਾਦ ਆ ਰਿਹਾ, ਇੱਕ ਵਾਰ ਇਸ ਤਰ੍ਹਾਂ ਹੀ ਗਰੁੱਪ ਸੀਗੇ 4-5 ਜਣੇ ਆਪਸ 'ਚ ਲੜ ਪਏ ਤੇ ਕੋਰਟ 'ਚ ਪੇਸ਼ ਹੋ ਗਏ ਤੇ ਉੱਥੇ ਦੋਵਾਂ ਪਾਸਿਆਂ ਦੇ ਵਕੀਲ ਵੀ ਸੀਗੇ ਤੇ ਜੱਜ ਨੇ ਕੁਐਸਚਨ ਕੀਤਾ ਇਹ ਉਹ, ਤੇ ਵਕੀਲ ਨੂੰ ਪੁੱਛਿਆ ਕਿ ਤੂੰ ਦੱਸ ਕਿ ਬਈ ਕਿੰਨੇ ਕਿਹਨੂੰ। ਉਹ ਵਕੀਲ ਜਦੋਂ ਘੁੰਮਿਆ ਉਹ ਆਪਣਾ ਜਿਹੜਾ ਕਲਾਇੰਟ ਸੀ ਆ ਉਹ ਭੁੱਲ ਗਿਆ ਕਿ ਇਹ ਸੀਗਾ ਕਿ ਉਹ ਸੀਗਾ। ਹੁਣ ਇਹ 'ਚੋਂ ਹਰਮਨ ਸਿੰਘ ਕਿਹੜਾ ਤੇ ਲਹਿਣਾ ਸਿੰਘ ਕਿਹੜਾ ਜਾਂ ਬਿਸ਼ਨ ਸਿੰਘ ਕਿਹੜਾ, ਇਹ ਤੇ ਫਿਰ ਜੱਜ ਨੇ ਕਹਿੰਦਾ ਤੈਨੂੰ ਇਹ ਨਹੀਂ ਪਤਾ ਕਿ ਤੇਰੇ ਕਲਾਇੰਟ ਕੌਣ ਨੇ, ਤੇ ਚਲੋ ਕੇਸ ਡਿਸਮਿਸ, ਉਹਨਾਂ ਨੂੰ ਬਾਹਰ ਕਰ ਦਿੱਤਾ। ਉਹ ਬਾਹਰ ਚਲੇ ਗਏ, ਉਹ ਬਾਹਰ ਜਾ ਕੇ ਸੜਕ ਤੇ ਫੇਰ ਲੜ ਪਏ।
ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਤਰੀਕੇ ਦੀ ਵੀ ਸਾਡੀ ਹਿਸਟਰੀ ਹੈਗੀ ਹੈ, ਜੀ ਕਿਉਂਕਿ ਹੁਣ ਕਿਸ ਤਰੀਕੇ ਦੀ ਫਰਸਟ੍ਰੇਸ਼ਨ ਹੈ ਜਾਂ ਜੋ ਵੀ ਉਹਨਾਂ ਦਾ ਫੈਮਿਲੀ ਅਗਰ ਨਹੀਂ ਸੀਗੀ ਜੀ। ਤੇ ਇਸ ਤਰ੍ਹਾਂ ਅਗਰ ਕਿਸੇ ਨਾਲ, ਕਿਉਂਕਿ ਹੌਕਰਸ ਵੀ ਸੀਗੇ ਜਾਂ ਕੈਮੀਲੀਅਰ ਸੀਗੇ, ਸੇਮ ਟ੍ਰੇਡ 'ਚ ਹੈਗੇ ਨੇ, ਕਿਸੇ ਨੇ ਠਾਂ ਜਿੱਦਾਂ ਕਈ ਵਾਰ ਇੱਥੇ ਵੀ ਹੁਣ ਵੀ ਹੋ ਜਾਂਦਾ ਟੈਕਸੀ ਵਾਲੇ ਦਾ, ਜਾਂ ਉਹਨੇ ਆਹ ਪਿਕ ਕਰ ਲਿਆ ਮੇਰਾ, ਜਾਂ ਜੋ ਵੀ ਹੈ, ਜੀ ਇਸ ਤਰ੍ਹਾਂ ਦੇ ਕੇਸ ਹੋ ਜਾਂਦੇ ਸੀ। ਔਰ ਇਸ ਤਰ੍ਹਾਂ ਦੇ ਸਿਮਿਲਰ ਕੇਸ ਤਕਰੀਬਨ ਗਰੁੱਪ 'ਚ ਅੱਛਾ ਹੋਏ ਨੇ। ਤੇ ਜਾਂਦੇ ਜਾਂਦੇ ਭਾਜੀ ਆਪਾਂ ਇੱਕ ਹੋਰ ਗੱਲ ਡਿਸਕਸ ਕਰ ਰਹੇ ਸੀਗੇ ਵੀ ਜਦੋਂ ਬਿਸ਼ਨ ਸਿੰਘ ਹੁਣੀ ਪਰੇਡ ਨੂੰ ਲੀਡ ਕਰਦੇ ਆ, ਜਦੋਂ ਫਲੈਗ ਲੈ ਕੇ ਅੱਗੇ ਲੀਡ ਕਰਦੇ ਆ, ਜਿਹੜਾ ਉਹ ਐਂਥਮ ਉਸ ਆਰਟੀਕਲ ਦੇ ਵਿੱਚ ਛਪਿਆ ਹੋਇਆ, ਉਹ ਐਂਥਮ ਉਹ ਨਹੀਂ ਹੈਗਾ ਜਿਹੜਾ ਅੱਜ ਵਾਲਾ ਆਸਟ੍ਰੇਲੀਆ ਦਾ। ਥੋੜਾ ਜਿਹਾ ਉਹ ਦੱਸੋ ਵੀ ਉਸ ਟਾਈਮ ਉਹ ਜਿਹੜਾ ਲਿਖਿਆ ਹੋਇਆ ਉਹ ਕਿਹੜਾ ਸੀਗਾ? ਹਾਂ, ਹੁਣ ਜਿੱਦਾਂ ਅੱਜ ਦਾ ਜਿਹੜਾ ਨੈਸ਼ਨਲ ਐਂਥਮ ਹੈ ਕਿ ਐਡਵਾਂਸ ਆਸਟ੍ਰੇਲੀਆ ਫੇਅਰ, ਜੀ ਜੀ, ਲੇਕਿਨ ਉਹ 1900 ਚ ਜਦੋਂ ਇਹ ਲੀਡ ਕਰ ਰਹੇ ਨੇ, ਉਦੋਂ ਤੇ ਹਾਲੇ ਆਸਟ੍ਰੇਲੀਆ ਨਹੀਂ ਬਣਿਆ ਹੈ, ਇੱਕ ਕਲੋਨੀ ਹੈ। ਉਦੋਂ ਜਿਹੜਾ ਨੈਸ਼ਨਲ ਐਂਥਮ ਚੱਲਦਾ ਸੀ ਉਹ ਸਨਸ ਆਫ ਆਸਟ੍ਰੇਲੀਆ ਹੈ ਜੀ। ਤੇ ਹੁਣ ਉਹ ਸਨਸ ਆਫ ਆਸਟ੍ਰੇਲੀਆ, ਜਿੱਦਾਂ ਹੁਣ ਤੁਸੀਂ ਦੇਖੋਗੇ ਵੀਡੀਓ 'ਚ, ਇਹ ਐਂਥਮ ਉਦੋਂ ਹੁੰਦਾ ਸੀ, ਹੁਣ ਮੋਡੀਫਾਈ ਹੋ ਕੇ ਇਹ ਐਡਵਾਂਸ ਆਸਟ੍ਰੇਲੀਆ ਫੇਅਰ ਹੈ। ਅੱਛਾ, ਇਹ ਐਂਥਮ ਚੇਂਜ ਹੋ ਗਿਆ ਇਹ ਹੁਣ ਹਾਂਜੀ। ਵਾਲੇ ਐਂਥਮ ਨਾਲੋਂ। ਹਾਂਜੀ, ਅੱਛਾ ਜੀ, ਹਾਂ ਜੀ ਜੀ ਇਹ ਡਿਫਰੈਂਟ, ਉਹ ਕਲੋਨੀਅਲ ਐਂਥਮ ਕਹਿ ਸਕਦੇ ਹੋ, ਜੀ। ਆਸਟ੍ਰੇਲੀਅਨ ਐਂਥਮ ਜਾਂ ਕਲੋਨੀ ਜੀ, ਦਾ ਜੀ। ਐਂਥਮ ਹੈ, ਲੇਕਿਨ ਹੁਣ ਇਹ ਆਸਟ੍ਰੇਲੀਅਨ ਐਂਥਮ ਹੈ, ਇਹਦੇ ਨਾਲ ਬਿਲਕੁਲ ਡਿਫਰੈਂਟ ਹੈ। ਅੱਛਾ, ਹੁਣ ਵਾਲਾ ਐਡਵਾਂਸ ਆਸਟ੍ਰੇਲੀਆ ਤੋਂ ਸਟਾਰਟ ਹੁੰਦਾ ਹੈ। ਜੀ, ਹਾਂਜੀ। ਜੀ। ਸੋ ਦੋਸਤੋ, ਇਹ ਸੀਗਾ ਐਪੀਸੋਡ ਨੰਬਰ 4 ਆਸਟ੍ਰੇਲੀਅਨ ਸਿੱਖ ਹਿਸਟਰੀ ਦੇ ਉੱਤੇ। ਬਿਸ਼ਨ ਸਿੰਘ ਉਹਨਾਂ ਬਾਰੇ ਗੱਲਬਾਤ ਕੀਤੀ ਆ। 10 ਸਾਲ ਦਾ ਪੀਰੀਅਡ ਸੀਗਾ 1890 ਤੋਂ ਲੈ ਕੇ 1900 ਤੱਕ। ਹੋਰ ਅਗਲੀ ਵੀਡੀਓਜ਼ ਵੀ ਕਰਾਂਗੇ। ਇਹ ਤੋਂ ਇਲਾਵਾ ਬਿਸ਼ਨ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਨੇ ਮੱਲਾਂ ਮਾਰੀਆਂ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਆਪਣੀ ਫੀਡਬੈਕ ਦੇਣੀ ਨਾ ਭੁੱਲਿਓ। ਧੰਨਵਾਦ ਜੀ।